गुड मॉर्निंग स्टूडेंट्स। ਆਪਾਂ ਅਜੇ ਪਹਿਲਾਂ ਸਰਫੇਸ ਕੈਮਿਸਟਰੀ ਕੱਲ ਸਟਾਰਟ ਕੀਤਾ ਸੀਗਾ, ਲੇਕਿਨ ਸਿਲੇਬਸ ਦੇ ਅਕੋਰਡਿੰਗ ਆਪਾਂ ਨੂੰ ਇਹ ਚੈਪਟਰ ਜਿਹੜਾ ਹੈਗਾ ਪਹਿਲਾਂ ਕਰ ਲੈਣਾ ਚਾਹੀਦਾ, ਜਨਰਲ ਪ੍ਰਿੰਸੀਪਲਸ ਐਂਡ ਪ੍ਰੋਸੈਸਿਸ ਆਫ ਆਈਸੋਲੇਸ਼ਨ ਆਫ ਐਲੀਮੈਂਟਸ। ਇਹ ਮੈਂ ਇਸ ਕਰਕੇ ਬਾਅਦ ਦੇ ਲਈ ਰੱਖਿਆ ਸੀਗਾ ਕਿਉਂਕਿ ਇਹਦੇ ਵਿੱਚੋਂ ਸਾਨੂੰ 1 ਮਾਰਕਸ ਵਾਲੇ ਕੁਐਸਚਨਸ ਹੀ ਆਣੇ ਆ, ਆਬਜੈਕਟਿਵ ਕੁਐਸਚਨ ਯਾਨੀ ਕਿ ਆਣੇ ਸੀ। ਲੈਂਥੀ ਕੁਐਸਚਨ ਆਪਾਂ ਨੂੰ ਇਸ ਚੈਪਟਰ 'ਚੋਂ ਕੋਈ ਨਹੀਂ ਆਣਾ, ਤਾਂ ਮੈਂ ਇਹ ਇਸ ਲਈ ਕੀਤਾ ਸੀ ਕਿ ਇਹਨੂੰ ਅਸੀਂ ਬਾਅਦ ਦੇ ਵਿੱਚ ਕਰਾਂਗੇ, ਪਰ ਹੁਣ ਸਿਲੇਬਸ ਦੇ ਅਕੋਰਡਿੰਗ ਇਹ ਸਾਨੂੰ ਪਹਿਲੇ ਕਰਨਾ ਪੈ ਰਿਹਾ। ਤਾਂ ਇਸ ਚੈਪਟਰ ਦੇ ਵਿੱਚ ਵੈਸੇ ਇਹ ਛੁੱਟੀਆਂ ਦੀ ਅਸਾਈਨਮੈਂਟ ਹੁੰਦੀ ਹੈ, ਉਹਦੇ ਵਿੱਚ ਇਹ ਚੈਪਟਰ ਦਿੱਤਾ ਜਾਂਦਾ। ਇਸ ਚੈਪਟਰ ਨੂੰ ਅਸੀਂ ਰੀਡ ਕਰਨਾ ਹੁੰਦਾ ਔਰ ਇਹਦੇ ਵਿੱਚੋਂ ਇੰਪੋਰਟੈਂਟ ਕੁਐਸਚਨ ਸਿਲੈਕਟ ਕਰਕੇ ਲਿਖਣੇ ਹੁੰਦੇ ਆ। ਪਰ ਹੁਣ ਆਪਾਂ ਕਲਾਸਿਸ ਲਗਾ ਰਹੇ ਹਾਂ, ਤਾਂ ਉਹਦੇ ਹਿਸਾਬ 'ਤੇ ਅੱਜ ਮੈਂ ਤੁਹਾਨੂੰ ਇਸ ਚੈਪਟਰ ਦੀ ਪੂਰੀ ਇੰਟਰੋਡਕਸ਼ਨ ਅਤੇ ਪੂਰੀ ਇਹਦੀ ਦੱਸੂਗੀ ਕਿ ਕਿਸ ਤਰ੍ਹਾਂ ਤੁਸੀਂ ਇਸ ਦੀਆਂ ਅਸਾਈਨਮੈਂਟ ਮਤਲਬ ਕੁਐਸਚਨਸ ਜਿਹੜੇ ਰੈਡੀ ਕਰਨੇ ਆ। ਸੋ ਇਹ ਚੈਪਟਰ ਜੇ ਹੈਗਾ ਨਾ, ਬੜਾ ਕਾਮਨ ਜੀ ਚੀਜ਼ ਹੈ। ਕਾਮਨ ਜੀ ਚੀਜ਼ ਹੈ, ਤੁਸੀਂ ਛੋਟੀ ਕਲਾਸਾਂ 'ਚ ਵੀ ਪੜ੍ਹਿਆ ਹੋਣਾ। ਜਿਸ ਤਰ੍ਹਾਂ ਸਾਨੂੰ ਨਾਮ ਤੋਂ ਪਤਾ ਲੱਗ ਰਿਹਾ ਹੈ ਕਿ ਇਹ ਚੈਪਟਰ ਕਿਸ ਚੀਜ਼ ਨਾਲ ਰਿਲੇਟ ਕਰ ਰਿਹਾ ਹੈ। ਇਹ ਕਰ ਰਿਹਾ ਜਰਨਲ ਪ੍ਰਿੰਸੀਪਲ ਐਂਡ ਪ੍ਰੋਸੈਸ ਆਫ ਆਈਸੋਲੇਸ਼ਨ ਆਫ ਐਲੀਮੈਂਟਸ। ਆਈਸੋਲੇਸ਼ਨ ਕਰਨੀ ਆ ਆਪਾਂ, ਐਲੀਮੈਂਟਸ ਨੂੰ ਕੱਢਣਾ ਆ। ਹੁਣ ਸਾਨੂੰ ਪਤਾ ਹੈ ਕਿ ਅਰਥ ਕਰਸਟ ਦੇ ਨੀਚੇ ਸਾਡੇ ਕੋਲ ਬਹੁਤ ਸਾਰੇ ਐਲੀਮੈਂਟਸ ਮਿਲਦੇ ਆ, ਪਰ ਇਹ ਵੀ ਪਤਾ ਹੈ ਵੀ ਕੱਲਾ ਕੱਲਾ ਐਲੀਮੈਂਟ ਐਗਜ਼ਿਸਟ ਨਹੀਂ ਕਰਦਾ, ਕੱਲਾ ਕੱਲਾ ਤਾਂ ਕੋਈ ਵੀ ਨਹੀਂ ਮਿਲਦਾ ਹੈਗਾ। ਆਪਾਂ ਨੂੰ ਕੰਬਾਈਨਡ ਸਟੇਟ 'ਚ ਮਿਲਦੇ ਆ, ਇੱਕ ਦੂਜੇ ਨਾਲ ਜੁੜੇ, ਕਿਸੇ ਦੇ ਸਲਫੇਟ ਬਣੇ ਹੁੰਦੇ ਆ, ਕਿਸੇ ਦੇ ਆਕਸਾਈਡ ਮਿਲਦੇ ਆ, ਕਿਸੇ ਕੋਈ ਮਿਕਸਚਰ ਦੀ ਤਰ੍ਹਾਂ ਜੁੜਿਆ ਹੁੰਦਾ। ਸੋ ਉਹਨੂੰ ਕਹਿੰਦੇ ਅਸੀਂ ਕੰਬਾਈਨਡ ਸਟੇਟ। ਜਿਹੜੀ ਸਾਨੂੰ ਅਰਥ ਕਰਸਟ ਤੋਂ ਨੀਚੋਂ ਚੀਜ਼ ਮਿਲਦੀ ਹੈ, ਦੈਟ ਇਜ਼ ਮਿਨਰਲ। ਉਹਨੂੰ ਅਸੀਂ ਮਿਨਰਲ ਬੋਲਦੇ ਹਾਂ, ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਐਲੀਮੈਂਟਸ ਕੰਬਾਈਨ ਹੋਏ ਹੁੰਦੇ ਆ। ਹੁਣ ਸਾਡਾ ਇਸ ਲੈਸਨ ਦੇ ਵਿੱਚ ਪ੍ਰੋਸੈਸ ਕੀ ਰਹੇਗਾ ਕਿ ਅਸੀਂ ਉਸ ਕੰਬਾਈਨਡ ਸਟੇਟ ਨੂੰ ਬਾਹਰ ਕੱਢਣਾ ਔਰ ਬਾਹਰ ਕੱਢ ਕੇ ਉਹਦੇ ਵਿੱਚੋਂ ਇੱਕ ਇੱਕ ਐਲੀਮੈਂਟ ਨੂੰ ਅਸੀਂ ਸੈਪਰੇਟ ਕਰਨਾ ਆ। ਕਿਹੜੀ ਮਿਨਰਲ 'ਚੋਂ ਕਿਹੜਾ ਐਲੀਮੈਂਟ ਜ਼ਿਆਦਾ ਅੱਛੀ ਤਰ੍ਹਾਂ ਇਕਨੋਮਿਕਲੀ ਨਿਕਲ ਸਕਦਾ, ਉਹ ਡਿਸਾਈਡ ਕਰਕੇ ਉਹਦੀ ਐਕਸਟ੍ਰੈਕਸ਼ਨ ਕਰਨੀ ਹੈ। ਐਕਸਟ੍ਰੈਕਸ਼ਨ ਦਾ ਮਤਲਬ ਸਟੈਪ ਫੋਲੋ ਕਰਨੇ ਆ ਤਾਂ ਕਿ ਆਪਾਂ ਉਸ ਮਿਨਰਲ ਦੇ ਵਿੱਚੋਂ ਉਹਨੂੰ ਔਰ 'ਚ ਕਨਵਰਟ ਕਰਕੇ ਫਿਰ ਆਪਾਂ ਉਸ ਮੈਟਲ ਤੱਕ ਪਹੁੰਚ ਸਕੀਏ ਜਿਹੜੀ ਅਸੀਂ ਬਾਹਰ ਕੱਲੀ ਨਿਕਾਲਣੀ ਹੈ, ਸੈਪਰੇਟ ਕਰਨੀ ਹੈ ਇਨ ਦਾ ਪਿਓਰ ਫਾਰਮ। ਜਾਨੀ ਇਹ ਲੈਸਨ ਡੀਲ ਕਰ ਰਿਹਾ ਵਿਦ ਦਾ ਪਿਊਰੀਫਿਕੇਸ਼ਨ ਆਫ ਮੈਟਲ। ਪਿਊਰੀਫਾਈ ਕਿੱਥੋਂ ਕਰਨੀ ਹੈ? ਜੋ ਅਰਥ ਕਰਸਟ 'ਚੋਂ ਮਟੀਰੀਅਲ ਸਾਨੂੰ ਅਵੇਲੇਬਲ ਹੋਏਗਾ ਉਹਦੇ ਵਿੱਚੋਂ ਅਸੀਂ ਉਸ ਮਿਨਰਲ ਦੇ ਵਿੱਚੋਂ, ਔਰ ਦੇ ਵਿੱਚੋਂ ਆਪਾਂ ਨੇ ਮੈਟਲ ਨੂੰ ਅਲੱਗ ਕਰਨਾ। ਅਲੱਗ ਵੀ ਇਕੱਲਾ ਅਲੱਗ ਨਹੀਂ ਕਰਨਾ, ਬਲਕਿ ਉਹਦੇ ਸਟੈਪ ਫੋਲੋ ਕਰਕੇ ਉਹਨੂੰ ਪਿਊਰੀਫਾਈ ਕਰਾਂਗੇ। ਸੋ ਪਿਊਰੀਫਿਕੇਸ਼ਨ ਆਫ ਮੈਟਲਸ ਜਿਹੜੀ ਹੈ ਉਹ ਇਸ ਚੈਪਟਰ ਦੇ ਵਿੱਚ ਹੋਣਗੀਆਂ। ਹੁਣ ਪਿਊਰੀਫਿਕੇਸ਼ਨ ਕਰਨ ਲਈ ਡਿਫਰੈਂਟ ਮੈਥਡ ਅਪਲਾਈ ਕਰਨੇ ਪੈਣਗੇ। ਸੋ ਆਪਾਂ ਨੇ ਇਸ ਚੈਪਟਰ ਵਿੱਚ ਕੀ ਕਰਨਾ, ਮੈਂ ਸ਼ੁਰੂ 'ਚ ਹੀ ਦੱਸ ਦਿੰਦੀ ਹਾਂ। ਤੁਸੀਂ ਛੋਟੀਆਂ ਛੋਟੀਆਂ ਡੈਫੀਨੇਸ਼ਨਸ ਲਿਖਣੀਆਂ, ਕਿਉਂਕਿ ਇਸ ਚੈਪਟਰ 'ਚੋਂ ਡੈਫੀਨੇਸ਼ਨਸ ਆਉਣਗੀਆਂ। ਹਰ ਪ੍ਰੋਸੈਸ ਦੀ ਇੱਕ ਡੈਫੀਨੇਸ਼ਨ ਹੈਗੀ ਹੈ ਕਿ ਇਹ ਪ੍ਰੋਸੈਸ ਕਿੱਦਾਂ ਕੀਤਾ ਜਾਂਦਾ ਆ, ਇਹ ਕਿਹੜੀ ਮੈਟਲ ਦੀ ਐਕਸਟ੍ਰੈਕਸ਼ਨ ਵਾਸਤੇ ਯੂਜ਼ ਕੀਤਾ ਜਾਂਦਾ, ਇਹਦੇ ਵਿੱਚ ਇਹ ਚੀਜ਼ ਕਿਉਂ ਪਾਈ ਜਾਂਦੀ ਹੈ। ਸੋ ਇੱਦਾਂ ਦੇ ਡਿਫਰੈਂਟ ਕੁਐਸਚਨਸ ਜਿਹੜੇ ਆਪਾਂ ਸਿਲੈਕਟ ਕਰਕੇ ਲਿਖਣੇ ਆ। ਔਰ ਤੁਹਾਡੇ ਪਿੱਛੇ ਕੰਸੈਪਚੁਅਲ ਪ੍ਰੋਬਲਮਸ ਵੀ ਹੈ, ਕੁਝ ਮੈਂ ਤੁਹਾਨੂੰ ਅਲੱਗ ਤੋਂ ਵੀ ਭੇਜੂੰਗੀ, ਕੁਝ ਮੈਂ ਤੁਹਾਨੂੰ ਅੰਡਰਲਾਈਨ ਵੀ ਕਰਕੇ ਦਊਂਗੀ। ਤੁਸੀਂ ਇਹ ਚੈਪਟਰ ਨੂੰ ਜਿਹੜਾ ਕਲੀਅਰ ਕਰਨਾ, ਲੇਕਿਨ ਇਸ ਚੈਪਟਰ ਨੂੰ ਪੂਰਾ ਪੜ੍ਹਨਾ ਬਹੁਤ ਜ਼ਰੂਰੀ ਹੈ। ਇਹਦੀ ਰੀਡਿੰਗ ਤੁਸੀਂ ਪੂਰੀ ਕਰਨੀ ਹੈ। ਮੈਂ ਤੁਹਾਨੂੰ ਭਾਵੇਂ 1 ਜਾਂ 2 ਦਿਨ ਦੇ ਦੂੰਗੀ ਇਸ ਕੰਮ ਲਈ ਕਿ ਤੁਸੀਂ ਇਹਦੀ ਰੀਡਿੰਗ ਕੰਪਲੀਟ ਕਰੋ। ਉਹਦੇ ਵਿੱਚੋਂ ਕੁਐਸਚਨ ਸਿਲੈਕਟ ਮੈਂ ਤੁਹਾਨੂੰ ਕਰ ਦੇਣੇ ਆ, ਠੀਕ ਹੈ ਰਾਜੇ। ਸੋ ਸਭ ਤੋਂ ਪਹਿਲਾਂ ਸਾਨੂੰ ਵਰਡ ਪਤਾ ਹੋਣਾ ਚਾਹੀਦਾ ਮੈਟਲਰਜੀ ਕਿਹਨੂੰ ਕਹਿੰਦੇ ਆ। ਸੋ ਡੈਫੀਨੇਸ਼ਨਸ ਇੱਥੋਂ ਸਟਾਰਟ ਹੋ ਜਾਣੀਆਂ। ਤੁਹਾਡਾ ਚੈਪਟਰ ਹੀ ਡੈਫੀਨੇਸ਼ਨਸ ਤੋਂ ਸਟਾਰਟ ਹੁੰਦਾ। ਵਾਟ ਇਜ਼ ਮੈਟਲਰਜੀ? ਮੈਟਲਰਜੀ ਜਿਹੜੀ ਹੋਏਗੀ ਇਹ ਉਸ ਪ੍ਰੋਸੈਸ ਨੂੰ ਕਿਹਾ ਜਾਏਗਾ ਜਿਹਦੇ ਵਿੱਚ ਅਸੀਂ ਮੈਟਲ ਦਾ ਸ਼ੁੱਧੀਕਰਨ ਕਰਾਂਗੇ, ਪਿਊਰੀਫਿਕੇਸ਼ਨ ਕਰਾਂਗੇ ਫਰੋਮ ਦਾ ਔਰ ਔਰ ਮਿਨਰਲ। ਹੁਣ ਮੈਂ ਔਰ ਤੇ ਮਿਨਰਲ 'ਚ ਫਰਕ ਵੀ ਤੁਹਾਨੂੰ ਇਸ ਤੋਂ ਅਗਲੇ ਟੌਪਿਕ 'ਚ ਦੱਸਣ ਜਾ ਰਹੀ ਹਾਂ, ਲੇਕਿਨ ਫਿਲਹਾਲ ਆਪਾਂ ਡੈਫੀਨੇਸ਼ਨ ਦੇ ਵਿੱਚ ਹੀ ਲਵਾਂਗੇ ਕਿ ਜਿਹੜੀ ਪਿਊਰੀਫਿਕੇਸ਼ਨ ਕਰਨੀ ਹੈ ਕਿਸੇ ਵੀ ਮੈਟਲ ਦੀ ਫਰੋਮ ਮਿਨਰਲ ਤੋਂ ਜਾਂ ਔਰ ਤੋਂ, ਅਸੀਂ ਉਹਨੂੰ ਅਲੱਗ ਕਰਨਾ ਆ। ਉਹਦੇ ਲਈ ਡਿਫਰੈਂਟ ਸਟੈਪਸ ਫੋਲੋ ਕਰਾਂਗੇ। ਉਸ ਸਾਰੇ ਪ੍ਰੋਸੀਜਰ ਨੂੰ ਅਸੀਂ ਕੀ ਬੋਲਾਂਗੇ? ਮੈਟਲਰਜੀ ਬੋਲਿਆ ਜਾਂਦਾ ਕਿ ਮੈਟਲ ਦੀ ਐਕਸਟ੍ਰੈਕਸ਼ਨ ਹੋ ਰਹੀ ਹੈ। ਕਲੀਅਰ ਜੀ? ਇੱਥੋਂ ਡੈਫੀਨੇਸ਼ਨ ਤੁਹਾਡੀ ਫਸਟ ਸਟਾਰਟ ਹੋ ਗਈ ਹੈ। ਉਸ ਤੋਂ ਬਾਅਦ ਨੌਲੇਜ ਹੋਣੀ ਚਾਹੀਦੀ ਹੈ ਕਿ ਕੁਝ ਮੈਟਲਸ ਨੇਟਿਵ ਸਟੇਟ 'ਚ ਮਿਲਦੀਆਂ, ਕੁਝ ਕੰਬਾਈਨਡ ਸਟੇਟ 'ਚ ਵੀ ਮਿਲਦੀਆਂ। ਕਈ ਵਾਰੀ ਪੇਪਰ 'ਚ ਇਹ ਵੀ ਪੁੱਛਿਆ ਜਾਊਗਾ ਕਿ ਕੁਝ ਮੈਟਲਸ ਦਾ ਨਾਂ ਦੱਸੋ ਜਿਹੜੀਆਂ ਨੇਟਿਵ ਸਟੇਟ 'ਚ ਹੋ ਸਕਦੀਆਂ, ਤਾਂ ਅਸੀਂ ਆਨਸਰ ਦੇ ਸਕਦੇ ਹਾਂ ਗੋਲਡ ਹੈ, ਸਿਲਵਰ ਹੈ, ਪਲੈਟੀਨਮ ਹੈ। ਇਹ ਕੁਝ ਇਸ ਤਰ੍ਹਾਂ ਦੀਆਂ ਮੈਟਲਸ ਹੈ ਜਿਹੜੀਆਂ ਬਹੁਤੀਆਂ ਰਿਐਕਟਿਵ ਨਹੀਂ ਹੈਗੀਆਂ, ਇਹਨਾਂ 'ਤੇ ਹਵਾ ਪਾਣੀ ਦਾ ਬਹੁਤਾ ਅਸਰ ਨਹੀਂ ਪੈਂਦਾ, ਇਹ ਕਿਸੇ ਨਾਲ ਜਲਦੀ ਜੁੜਦੀਆਂ ਨਹੀਂ ਹੈਗੀਆਂ। ਇਹ ਆਪਾਂ ਨੂੰ ਨੇਟਿਵ ਸਟੇਟ 'ਚ ਵੀ ਮਿਲ ਸਕਦੀਆਂ। ਪਰ ਜਿਹੜੀਆਂ ਹਾਈਲੀ ਰਿਐਕਟਿਵ ਮੈਟਲ ਆ, ਜ਼ਿਆਦਾਤਰ ਪਰਸੈਂਟੇਜ ਆਪਾਂ ਨੂੰ ਉਹਨਾਂ ਦੀ ਹੈ ਜਿਹੜੀ ਕੰਬਾਈਨਡ ਸਟੇਟ 'ਚ ਮਿਲਦੀਆਂ। ਸੋ 2 ਤਰ੍ਹਾਂ ਦੀਆਂ ਸਟੇਟ ਦੇ ਵਿੱਚ ਆਪਾਂ ਨੂੰ ਮੈਟਲਸ ਮਿਲ ਸਕਦੀਆਂ।
ਉਸ ਤੋਂ ਬਾਅਦ ਤੁਸੀਂ ਅਗਲੇ ਟੌਪਿਕ ਦੇ ਵਿੱਚ ਕੁਐਸਚਨ ਨਿਕਾਲੋਗੇ ਕਿ ਅਬੰਡੈਂਸ ਦੇ ਬੇਸ ਤੇ ਆਪਾਂ ਨੂੰ ਕਿਹੜੀ ਮੈਟਲ ਜ਼ਿਆਦਾ ਮਿਲਦੀ ਹੈ। ਸੋ ਉਹਦੇ ਵਿੱਚ ਤੁਸੀਂ ਫਸਟ ਰੈਂਕ ਜਿਹੜਾ ਦੋਗੇ ਐਲੂਮੀਨੀਅਮ ਨੂੰ ਦੋਗੇ। ਐਲੂਮੀਨੀਅਮ ਇਜ਼ ਦਾ ਮੋਸਟ ਅਬੰਡੈਂਟ ਮੈਟਲ ਇਨ ਅਰਥ ਕਰਸਟ। ਇਸ ਤੋਂ ਵੱਧ ਮੈਟਲ ਕੋਈ ਅਵੇਲੇਬਲ ਨਹੀਂ ਹੈ ਜਿੰਨੀ ਆਪਾਂ ਨੂੰ ਇਹ ਮਿਲਦੀ ਹੈ। ਸੈਕਿੰਡ ਨੰਬਰ ਤੁਸੀਂ ਦੋਗੇ ਆਇਰਨ। ਸੋ ਇਹ ਦੋ ਮੈਟਲਸ ਆਪਣੀਆਂ ਬਹੁਤ ਇੰਪੋਰਟੈਂਟ ਹੁੰਦੀਆਂ ਔਰ ਦੇਖੋ ਜ਼ਿਆਦਾ ਯੂਜ਼ ਵੀ ਇਹੀ ਦੋ ਮੈਟਲਸ ਦੀਆਂ ਚੀਜ਼ਾਂ ਬਣਦੀਆਂ। ਸੋ ਐਲੂਮੀਨੀਅਮ ਐਂਡ ਆਇਰਨ ਦਾ ਰੈਂਕ ਯਾਦ ਰੱਖਣਾ, ਇਹ ਮੋਸਟ ਅਬੰਡੈਂਟ ਐਲੀਮੈਂਟ ਆ ਔਰ ਇਹ ਤੁਹਾਡਾ ਸੈਕਿੰਡ ਰੈਂਕਿੰਗ ਐਲੀਮੈਂਟ ਆ। ਇਹ ਵੀ 1 ਨੰਬਰ 'ਚ ਆ ਸਕਦਾ। ਸੋ ਮੈਂ ਤੁਹਾਨੂੰ ਕੁਐਸਚਨ ਹੀ ਉਸ ਟਾਈਪ ਦੇ ਦੱਸ ਰਹੀ ਹਾਂ ਜਿਹੜੇ ਤੁਹਾਨੂੰ 1 ਮਾਰਕਸ ਦੇ ਵਿੱਚ ਆ ਸਕਦੇ ਆ। ਇਸ ਤੋਂ ਬਾਅਦ ਨਾ ਤੁਹਾਡੇ ਕੋਲ ਫਰਕ ਆਏਗਾ, ਵਾਟ ਇਜ਼ ਦ ਡਿਫਰੈਂਸ ਬਿਟਵੀਨ ਮਿਨਰਲ ਐਂਡ ਔਰ। ਇਹ ਵੀ ਛੋਟਾ ਜਿਹਾ ਕੁਐਸਚਨ, ਮਤਲਬ ਕੁਐਸਚਨਸ ਬਣੇ ਵੀ ਛੋਟੇ ਛੋਟੇ ਹੀ ਹੋਏ ਆ। ਪੂਰਾ ਪ੍ਰੋਸੈਸ ਆਪਾਂ ਕੋਈ ਵੀ ਯਾਦ ਨਹੀਂ ਕਰਨਾ, ਕੋਈ ਵੀ ਨੋਟ ਨਹੀਂ ਕਰਨਾ, ਆਪਾਂ ਉਹਦੀ ਸਟੈਪਸ ਦੀਆਂ ਡੈਫੀਨੇਸ਼ਨਸ ਬਣਾ ਲੈਣੀਆਂ, ਬਸ ਉਹ ਨੋਟ ਕਰਨਾ ਆ। ਤਾਂ ਮਿਨਰਲ ਤੇ ਔਰ ਦੇ ਵਿੱਚ ਕੀ ਫਰਕ ਹੈ ਰਾਜੇ? ਮਿਨਰਲ ਜਿਹੜੀ ਹੁੰਦੀ ਹੈ ਕੋਈ ਵੀ ਜਿਹੜੀ ਕੰਬਾਈਨਡ ਸਬਸਟੈਂਸ ਜਿਹੜਾ ਤੁਹਾਨੂੰ ਕੰਪਾਊਂਡ ਨੀਚੋਂ ਮਿਲੇਗਾ ਅਰਥ ਕਰਸਟ ਦੇ, ਜਿਹਦੇ ਵਿੱਚ ਕਈ ਐਲੀਮੈਂਟਸ ਜੁਆਇਨ ਕੀਤੇ ਹੋ ਸਕਦੇ ਆ, ਪਰ ਜ਼ਰੂਰੀ ਨਹੀਂ ਹੈ ਕਿ ਉਹਦੇ 'ਚੋਂ ਤੁਸੀਂ ਮੈਟਲ ਨੂੰ ਇਕਨੋਮਿਕਲੀ ਘੱਟ ਮਤਲਬ ਲੇਬਰ ਕਰਕੇ ਜਾਂ ਘੱਟ ਐਫਰਟਸ ਕਰਕੇ ਆਪਾਂ ਉਹ 'ਚੋਂ ਮੈਟਲ ਕੱਢ ਸਕੀਏ। ਹੋ ਸਕਦਾ ਉਹਦੇ 'ਚ ਮੈਟਲ ਸੈਪਰੇਸ਼ਨ ਦੇ ਮੈਥਡ ਆਪਾਂ ਲਗਾ ਹੀ ਨਾ ਪਾਈਏ। ਸੋ ਹਰ ਮਿਨਰਲ ਦੇ ਵਿੱਚੋਂ ਆਪਾਂ ਨੂੰ ਮੈਟਲ ਨਹੀਂ ਮਿਲਦੀ, ਇਹ ਆਪਾਂ ਨੂੰ ਯਾਦ ਰੱਖਣਾ ਪਏਗਾ। ਜਿਸ ਮਿਨਰਲ 'ਚੋਂ ਸਾਨੂੰ ਆਪਣੇ ਕੋਲ ਮੈਟਲ ਨਿਕਲ ਸਕਦੀ ਹੋਊਗੀ ਉਹਨੂੰ ਅਸੀਂ ਅਲੱਗ ਨਾਮ ਦੇਵਾਂਗੇ ਔਰ। ਹੁਣ ਫਰਕ ਪਤਾ ਲੱਗ ਗਿਆ ਕਿ ਹਰ ਔਰ ਮਿਨਰਲ ਹੁੰਦੀ ਆ, ਇਹ ਮਿਨਰਲ ਹੀ ਹੈ ਰਾਜੇ, ਇਹ ਐਸੀ ਮਿਨਰਲ ਹੈਗੀ ਆ ਔਰ ਜਿਹਦੇ ਵਿੱਚੋਂ ਅਸੀਂ ਮੈਟਲ ਦੀ ਐਕਸਟ੍ਰੈਕਸ਼ਨ ਕਰ ਸਕਦੇ ਹਾਂ, ਕਰ ਸਕਾਂਗੇ, ਜਿਹਦੇ ਵਿੱਚੋਂ ਮੈਟਲ ਨਿਕਲ ਆਊਗੀ। ਆਪਾਂ ਨੂੰ ਕਨਵੈਨਸ਼ਨਲੀ ਔਰ ਇਕਨੋਮਿਕਲੀ ਈਜ਼ੀਲੀ ਢੰਗ ਦੇ ਨਾਲ ਮੈਟਲ ਦੀ ਸਟੈਪਸ ਲਗਾ ਕੇ ਆਪਾਂ ਨਿਕਾਲ ਪਾਵਾਂਗੇ। ਇਟ ਇਜ਼ ਨੋਨ ਐਜ਼ ਔਰ। ਸੋ ਔਰ ਸਪੈਸ਼ਲੀ ਮੈਟਲ, ਔਰ ਦੇ ਵਿੱਚੋਂ ਪੱਕਾ ਆ ਕਿ ਮੈਟਲ ਐਕਸਟ੍ਰੈਕਟ ਹੋਏਗੀ, ਲੇਕਿਨ ਸਾਰੀਆਂ ਮਿਨਰਲਸ ਔਰ ਨਹੀਂ ਹੋ ਸਕਦੀਆਂ ਕਿਉਂਕਿ ਸਾਰੀਆਂ ਮਿਨਰਲਸ ਦਾ ਆਪਾਂ ਮੈਥਡ ਲਗਾ ਕੇ ਮੈਟਲ ਦੀ ਐਕਸਟ੍ਰੈਕਸ਼ਨ ਨਹੀਂ ਕਰ ਪਾਉਂਦੇ। ਕਈ ਵਾਰੀ ਉਹਦੇ ਵਿੱਚ ਐਲੀਮੈਂਟਸ ਇੱਦਾਂ ਦੇ ਜੁਆਇਨ ਹੋ ਜਾਂਦੇ ਆ ਜਿਹੜੇ ਸੈਪਰੇਟ ਨਹੀਂ ਹੋ ਪਾਉਂਦੇ, ਜਾਂ ਮੈਟਲ ਆਪਾਂ ਨੂੰ ਜਿਹੜੀ ਹੈ ਬਹੁਤੀ ਜ਼ਿਆਦਾ ਪਿਓਰ ਫਾਰਮ 'ਚ ਨਹੀਂ ਮਿਲ ਪਾਉਂਦੀ, ਫਿਰ ਉਹ ਮਿਨਰਲ ਅਸੀਂ ਯੂਜ਼ ਨਹੀਂ ਕਰਦੇ। ਸੋ ਜਿਹੜੀ ਮਿਨਰਲ ਨੂੰ ਅਸੀਂ ਮੈਟਲ ਦੀ ਐਕਸਟ੍ਰੈਕਸ਼ਨ ਲਈ ਵਰਤਾਂਗੇ ਦੈਟ ਇਜ਼ ਨੋਨ ਐਜ਼ ਔਰ। ਇਟ ਇਜ਼ ਦ ਡਿਫਰੈਂਸ ਬਿਟਵੀਨ ਮਿਨਰਲ ਐਂਡ ਔਰ। ਉਸ ਤੋਂ ਬਾਅਦ ਤੁਹਾਨੂੰ ਕੁਝ ਮੈਟਲਸ ਦਿੱਤੀਆਂ ਹੁੰਦੀਆਂ, ਪੇਪਰ ਦੇ ਵਿੱਚ ਆ ਜਾਂਦਾ ਕਿ ਤੁਸੀਂ ਇਹਨਾਂ ਦੇ ਔਰਸ ਦੇ ਨਾਂ ਲਿਖੋ। ਤਾਂ ਕਾਮਨ ਐਗਜ਼ਾਮਪਲ ਤੁਸੀਂ ਇੱਕ ਇੱਕ ਦੋ ਦੋ ਹਰ ਇੱਕ ਦੀਆਂ ਯਾਦ ਰੱਖਣੀਆਂ। ਪੇਪਰ ਬੁੱਕ ਦੇ ਵਿੱਚ ਚਾਰਟ ਹੈਗਾ, ਉਸ ਚਾਰਟ ਦੇ ਵਿੱਚ ਤੁਸੀਂ ਦੋ ਦੋ ਐਗਜ਼ਾਮਪਲ ਵੀ ਯਾਦ ਕਰ ਲਓ ਤਾਂ 1 ਨੰਬਰ ਦਾ ਕੁਐਸਚਨ ਆਪਾਂ ਕਵਰ ਕਰ ਜਾਵਾਂਗੇ। ਫॉर ਐਗਜ਼ਾਮਪਲ ਐਲੂਮੀਨੀਅਮ ਦੀਆਂ 2 ਔਰਸ ਦੇ ਨਾਂ ਪੁੱਛ ਲਏ, ਤੁਸੀਂ ਮੇਨ ਐਲੂਮੀਨੀਅਮ ਦੀ ਔਰ ਯਾਦ ਰੱਖੋ ਜਿਸ 'ਚੋਂ ਬਹੁਤ ਜ਼ਿਆਦਾ ਐਲੂਮੀਨੀਅਮ ਐਕਸਟ੍ਰੈਕਟ ਹੁੰਦੀ ਹੈ, ਦੈਟ ਇਜ਼ ਬੌਕਸਾਈਟ। ਪੜ੍ਹੀ ਵੀ ਹੋਣੀ ਤੁਸੀਂ। ਸੋ ਆਪਾਂ ਨਾ ਹੀ ਯਾਦ ਕਰਨਾ ਨਾ, ਬਾਕਸਾਈਟ ਜਿਹੜੀ ਹੈਗੀ ਆ ਉਹਦੇ ਵਿੱਚੋਂ ਆਪਾਂ ਐਲੂਮੀਨੀਅਮ ਕੱਢ ਸਕਦੇ ਹਾਂ। ਫੈਲਸਪਾਰ ਹੈ, ਕ੍ਰਾਇਓਲਾਈਟ ਆ। ਸੋ ਇਹ ਡਿਫਰੈਂਟ ਨੇਮਸ ਜਿਹੜੇ ਆਪਾਂ ਯਾਦ ਰੱਖਣੇ ਆ, ਇਹ ਯਾਦ ਕਰਨ ਦਾ ਕੁਐਸਚਨ ਹੈ। ਐਸੇ ਤਰ੍ਹਾਂ ਆਇਰਨ ਦੀ ਹੈਮੇਟਾਈਟ ਹੁੰਦੀ ਹੈ, ਮੈਗਨੇਟਾਈਟ ਹੁੰਦੀ ਹੈ, ਇਹ ਬਹੁਤ ਇੰਪੋਰਟੈਂਟ ਮਿਨਰਲਸ ਹੈ, ਔਰਸ ਹੈਗੀਆਂ। ਹੁਣ ਆਪਾਂ ਇਹਨੂੰ ਔਰਸ ਦਾ ਨਾਂ ਦੇਵਾਂਗੇ, ਜਿਸ 'ਚੋਂ ਆਇਰਨ ਨਿਕਲੇਗੀ ਹੀ ਨਿਕਲੇਗੀ ਪੱਕੇ ਤੌਰ 'ਤੇ। ਐਸੇ ਤਰ੍ਹਾਂ ਕਾਪਰ ਦੀਆਂ ਯਾਦ ਕਰ ਸਕਦੇ ਹਾਂ। ਸੋ ਕੁਝ ਮੈਟਲਸ ਹੈਗੀਆਂ, ਉਹ ਮੈਂ ਚਾਰਟ ਹੀ ਭੇਜ ਦੇਣਾ ਤੁਹਾਨੂੰ, ਤੁਸੀਂ ਉਹਨਾਂ ਦੀਆਂ ਔਰਸ ਜਿਹੜੀਆਂ ਉਹ ਲਿਖ ਲੈਣੀਆਂ ਹੈਗੀਆਂ ਔਰ ਇੱਕ ਇੱਕ ਦੋ ਦੋ ਜਿਹੜੀਆਂ ਤੁਸੀਂ ਉਹ ਨੋਟ ਕਰ ਲੈਣੀਆਂ। ਉਸ ਤੋਂ ਬਾਅਦ ਤੁਹਾਨੂੰ ਨਾ ਫਿਰ ਸੋਲਡ ਐਗਜ਼ਾਮਪਲ ਦੇ ਛੋਟੇ ਛੋਟੇ ਕੁਐਸਚਨਸ ਬਣੇ ਆ ਜਾਣਗੇ, ਜਿਹੜੇ ਮੈਂ ਕਰਵਾਇਆ ਟੌਪਿਕ ਉਹਦੇ ਕੁਐਸਚਨ ਮੈਂ ਤੁਹਾਨੂੰ ਨਾਲ ਹੀ ਸੈਂਡ ਕਰ ਦੂੰਗੀ ਕਿ ਕੁਝ ਮੈਟਲਸ ਨੇਟਿਵ ਸਟੇਟ 'ਚ ਕਿਹੜੀਆਂ ਮਿਲਦੀਆਂ ਜਾਂ ਕੰਬਾਈਨਡ ਪਛਾਣ ਕਿੱਦਾਂ ਹੋਊਗੀ। ਤਾਂ ਇਲੈਕਟ੍ਰੋਕੈਮੀਕਲ ਸੀਰੀਜ਼ ਤੋਂ ਪਤਾ ਲੱਗ ਜਾਂਦਾ ਹਾਈਡਰੋਜਨ ਦੇ ਨੀਚੇ ਵਾਲੀਆਂ ਜਿੰਨੀਆਂ ਵੀ ਮੈਟਲਸ ਆ ਉਹ ਸਾਨੂੰ ਨੇਟਿਵ ਸਟੇਟ 'ਚ ਮਿਲ ਸਕਦੀਆਂ ਔਰ ਉੱਪਰ ਵਾਲੀਆਂ ਜ਼ਿਆਦਾ ਕੰਬਾਈਨਡ ਸਟੇਟ ਦੇ ਵਿੱਚ ਮਿਲਦੀਆਂ। ਸੋ ਇਹ ਅਸੀਂ ਪੋਜੀਸ਼ਨ ਤੋਂ ਦੇਖ ਕੇ ਦੱਸ ਸਕਦੇ ਹਾਂ। ਉਸ ਤੋਂ ਬਾਅਦ ਹੈਗਾ ਕਿ ਸਲਫਾਈਡ ਵਾਲੀਆਂ ਜਿਹੜੀਆਂ ਉਹ ਰੌਕਸ ਦੇ ਵਿੱਚ ਮਿਲਦੀਆਂ ਮੈਟਲਸ, ਤੇ ਜਿਹੜੀਆਂ ਹੈਲਾਈਡ ਵਾਲੀਆਂ ਉਹ ਲੇਕਸ ਵਗੈਰਾ 'ਚ ਅਲੱਗ-ਅਲੱਗ ਜਗ੍ਹਾ 'ਤੇ ਮਿਲਦੀਆਂ। ਕਿਉਂਕਿ ਸਲਫਾਈਡ ਦੀ ਔਰ ਸਲਫਾਈਡ ਸੋਲੂਬਲ ਨਹੀਂ ਹੈਗੀ ਪਾਣੀ ਦੇ ਵਿੱਚ, ਇਸ ਲਈ ਆਪਾਂ ਨੂੰ ਇਹ ਰੌਕਸ 'ਚੋਂ ਹੀ ਮਿਲੂਗੀ। ਔਰ ਜਿਹੜੇ ਆਪਾਂ ਹੈਲਾਈਡ ਦੀ ਹੈਲੋਜਨਸ ਦੀ ਗੱਲ ਕਰਦੇ ਹਾਂ, ਉਹ ਤਾਂ ਆਪਾਂ ਨੂੰ ਵੀ ਪਤਾ ਵੀ ਸਮੁੰਦਰੀ ਪਾਣੀ ਤੋਂ ਹੀ ਨਮਕ ਮਿਲਦਾ, ਸੋਡੀਅਮ ਕਲੋਰਾਈਡ ਮਿਲਦਾ ਨਾ। ਸੋ ਥੀਸ ਆਰ ਹੈਲਾਈਡਸ। ਸੋ ਇਹ ਲੇਕਸ ਦੇ ਵਿੱਚ ਮਿਲਦੇ ਆ ਕਿਉਂਕਿ ਇਹ ਡਿਜ਼ੋਲਵ ਹੋ ਜਾਂਦੇ ਆ ਪਾਣੀ 'ਚ, ਸੋਲੂਬਲ ਹੈਗੇ ਆ। ਆਪਾਂ ਨੂੰ ਜਿਹੜੀ ਚੀਜ਼ ਵਾਟਰ 'ਚ ਸੋਲੂਬਲ ਆ ਉਹ ਵਾਟਰ 'ਚੋਂ ਮਿਲ ਜੂਗੀ, ਜਿਹੜੀ ਵਾਟਰ ਸੋਲੂਬਲ ਨਹੀਂ ਹੈਗੀ ਤਾਂ ਰੌਕਸ 'ਚੋਂ ਮਿਲੇਗੀ। ਸੋ ਇਹ ਵੀ ਕੁਐਸਚਨ ਤੁਸੀਂ ਕਰ ਲਿਓ। ਬਾਕੀ ਤੀਸਰਾ ਉਹਨਾਂ ਨੇ ਐਗਜ਼ਾਮਪਲਸ ਪੁੱਛੀਆਂ ਹੋਈਆਂ, 3 ਕੁਐਸਚਨਸ ਇੱਥੇ ਹੈਗੇ ਆ, ਉਹ ਤਿੰਨੇ ਤੁਹਾਨੂੰ ਮੈਂ ਭੇਜ ਦੂੰਗੀ ਕਿ ਆਕਸਾਈਡ ਵਾਲੀਆਂ ਕਿਹੜੀਆਂ ਔਰਸ ਦਾ ਨਾਂ ਲਿਖੋ, ਕਾਰਬੋਨੇਟ ਵਾਲੀ ਕਿਹੜੀ ਔਰ ਹੈ, ਕਿਉਂਕਿ ਜਿਹੜੇ ਆਪਾਂ ਨੂੰ ਕੰਬਾਈਨਡ ਸਟੇਟ ਮਿਲਣੀ ਆ, ਕਿਸੇ ਦਾ ਆਕਸਾਈਡ ਬਣਿਆ ਮਿਲੂਗਾ, ਕਿਸੇ ਦਾ ਕਾਰਬੋਨੇਟ ਮਿਲੂਗਾ, ਕਿਸੇ ਦਾ ਸਿਲੀਕੇਟ ਮਿਲੂਗਾ, ਕਿਸੇ ਦੇ ਆਪਾਂ ਨੂੰ ਸਲਫੇਟ ਮਿਲਣਗੇ। ਸੋ ਡਿਫਰੈਂਟ ਫਾਰਮਸ 'ਚ ਆਪਾਂ ਨੂੰ ਮਿਲਣਗੇ। ਉਸ ਤੋਂ ਬਾਅਦ ਰਾਜੇ ਸਟਾਰਟ ਹੋ ਜਾਂਦਾ ਆਪਣੇ ਕੋਲ ਟੌਪਿਕ, ਜਿਹੜਾ ਆਪਣਾ ਮੇਨ ਇਸ ਚੈਪਟਰ ਦਾ ਟੌਪਿਕ ਹੈਗਾ ਐਕਸਟ੍ਰੈਕਸ਼ਨ ਆਫ ਮੈਟਲਸ।
सो एक्सट्रैक्शन ऑफ मैटल्स के वास्ते आपां नूं स्टैप्स जिहड़े है ना बहुत इंपॉर्टेंट है याद रखने। यही इंपॉर्टेंट चैप्टर का टॉपिक हैगा कि तुसीं मैटर की एक्सट्रैक्शन जिहड़ी है मैटल की किद्दां करोगे, जिन्हों मैटलर्जी बोलते हैं, दैट इज़ एक्सट्रैक्शन, बाहर कड्ढनी मैटर। ਉਹਦੇ ਲਈ ਤੁਹਾਨੂੰ स्टैप फॉलो करने पैणगे। मेन आप चले जी 4 स्टैप फॉलो करांगे। सब तो पहला क्रशिंग करांगे, ठीक है, इहनूं ग्राइंडिंग भी बोलते हैं। ਇਹਦੇ डिफरेंट नेम्स होणगे ਜਿਹੜੇ मैं अंडरलाइन किए हुए कि ਤੁਹਾਨੂੰ ऐसे तरह ਤੁਸੀਂ नोट कर लियो भी किन्ने किन्ने नाम ਦੇ ਨਾਲ ਇਹ प्रोसैस ਚੱਲਦਾ ਆ। फिर ਤੁਸੀਂ सैकेंड प्रोसैस ਜਿਹੜਾ ਕਰੋਗੇ ਉਹ ਕੰਸਨਟ੍ਰੇਸ਼ਨ ਹੋਏਗੀ ਆਫ ਔਰ। ਇਹ ਮੈਂ ਇੱਕ ਇੱਕ ਕਰਕੇ ਤੁਹਾਨੂੰ ਦੱਸ ਦੇਣੇ ਆ ਕਿ ਇਹਦਾ मीनिंग ਕੀ ਹੈਗਾ, ਆਪਾਂ ਨੂੰ ਸਟੈਪ ਜ਼ਰੂਰ ਪਤਾ ਹੋਣ। थर्ड स्टैप ਦੇ ਵਿੱਚ ਅਸੀਂ एक्सट्रैक्शन ऑफ क्रूड मैटल करांगे, क्रूड मैटल मिलूगी आपां नूं थर्ड ते जाके। फोर्थ विच असीं उहदी प्यूरीफिकेशन करनी होएगी, उहनूं रिफाइनिंग भी बोलते हैं, मेन रिफाइनिंग नाम चलदा। और प्यूरीफिकेशन ऑफ मैटर, रिफाइनिंग ऑफ मैटर मतलब प्योर फॉर्म च, यानी एक मैटल नूं कड्ढण लई आपां नूं 4 स्टैप दे अंदर जाना पेगा। सब तो पहला क्रशिंग हुंदी है राजे। क्रशिंग का मतलब कि ग्राइंडिंग, चूरा बना दो। ओर नूं, ओर तो ही मिलदी आपां नूं मैटल। ओर नूं की कीता जांदा है, ग्राइंड कीता जांदा है, उहनूं पीसिया जांदा है, उहनूं एक पाउडर फॉर्म च लैके आया जांदा है ताकि मैटल नूं ईजीली आपां एक्सट्रैक्ट करिए। कुछ इंप्योरिटीज़ होणगियां जिहड़ियां अपणियां वैसे ही निकल जाणगियां। सो पहला स्टैप होएगा अपने कोल क्रशिंग दा होएगा, और क्रशिंग वाली नूं आपां नाम देवांगे पल्वेराइजेशन। सो मैं डेफिनेशन तुहानूं पाऊंगी ये, तो वो क्रशिंग करन दा दूसरा नाम जिहड़ा होएगा वो पल्वेराइजेशन हुंदी है। ग्राइंडिंग करके आपां पाउडर फॉर्म बनाना हुंदा। सैकेंड स्टैप दे विच आपां कंसनट्रेशन ऑफ ओर, फिर असीं ओर नूं गाढ़े रूप च लैना हुंदा कि इंप्योरिटीज़ इह चों अलग हो जाण और साडी जिहड़ी ओर हैगी आ गाढ़ी बन जावे। गाढ़ी का मतलब कि मैटल वाला पोर्शन आपां नूं ज़्यादा इकट्ठा करना, इंप्योरिटीज़ आपां उह चों रिमूव करनी है। सो सैकेंड स्टैप आपां उहदे लई फॉलो करांगे कंसनट्रेशन ऑफ ओर दे विचों इंप्योरिटीज़ सैपरेट होणगियां। थर्ड स्टैप के विच अपने कोल जिहड़ी मैटल फिर इंप्योरिटीज़ निकलन तो बाद आएगी, दैट इज़ क्रूड मैटल। हले भी क्रूड मैटल प्योर नहीं हुंदी, इहदे विच भी कुछ इंप्योरिटीज़ हले रहणगियां, उन्हां इंप्योरिटीज़ नूं भी सानूं निकालना पेगा, जिहदे वास्ते असीं लास्ट स्टैप फॉलो करांगे, दैट इज़ रिफाइनिंग ऑफ मैटल, कि उहनूं असीं प्यूरीफाई करांगे। हो गए सारे मैथड क्लीयर। हुण इहदे अंडर अगों होर मैथड्स आउणगे। सो एक एक करके आपां देखते जाने। सो ग्राइंडिंग क्रशिंग तो चलो आपां नूं क्लीयर हो गया। ग्राइंडिंग क्रशिंग तो बाद आपां कंसनट्रेशन ते आ गए सैकेंड ते। सो ग्राइंडिंग तो आपां इक्को तरीके कर सकते हैं कि पाउडर फॉर्म दे विच उहनूं ग्राइंड कर दिता जाए। सैकेंड स्टैप दे विच आपां कंसनट्रेशन करनी हुंदी है, उहदे विच साडे कोल बहुत मैथड है जिहदे नाल आपां अपनी ओर नूं गाढ़ा कर सकते हैं। डिपेंड करदा कि साडे कोल किद्दां दी ओर आ, उहदे च इंप्योरिटीज़ किद्दां दियां हैगियां। मैं डिफरेंट मैथड्स के नाम दसूँगी, तुहानूं ना सुन के क्लीयर हो जाएगा। सो फर्स्ट हैगा हैंड पिकिंग। तुसीं सारे मैथड्स नहीं रजे करने, मैं जिहड़े इंपॉर्टेंट है सिर्फ वो करा देने तुहानूं, क्योंकि बहुत डिटेल्ड लैसन हैगा चैप्टर। तो आपां नूं मार्क्स के अकॉर्डिंग चुनना पोर्शन चाहिए, आपां कर लेना। हैंड पिकिंग हाथ नाल चुक लो, जिद्दां दालां साफ करते हो, कोई भी चीज़ है जे अगर तुहानूं हाथ नाल नज़र आ रही इंप्योरिटी तो रिमूव हो जाएगी। और रिमूव होगी तो तुहाडी जिहड़ी है और जिहड़ी है कंसनट्रेटेड हो गई है, साफ सुथरी हो गई है। सो हैंड पिकिंग भी एक मैथड हैगा, हाथ नाल चुग के असीं चीज़ां अलग कर सकते हैं। सैकेंड मैथड तुसीं फॉलो करोगे ग्रेविटी सैपरेशन, जिहदा इंपॉर्टेंट नाम आएगा लेविगेशन। वट इज़ लेविगेशन? बस इदां दे क्वेश्चन पेपर च एक नंबर दे आंदे, तुहानूं डिफाइन करने आ जाते हैं। वट इज़ लेविगेशन? इनू ग्रेविटी सैपरेशन कहते हैं। ग्रेविटी मतलब कि अर्थ जी हर चीज़ में अपने भारी चीज़ में अपने वाल खिंच लेंदी है और भारी चीज़ नीचे अर्थ की अट्रैक्शन करके बैठ जाती है। सो अगर साडी ओर दे विच मैटल हैवी है तो साडा ये बड़ा वधिया मैथड रहिंदा। असीं अपने पाउडर वाली ओर नूं पानी च घोल के रख सकते हैं, और जिहड़ी साडी ओर पार्टिकल इंप्योरिटीज़ हल्कियां होईयां तो फिर वो पानी के उपर तरनगियां। और बाकी चीज़ आपां घरे भी देखो, कोई भी चीज़ जदों धोंदे हैगे आ ना, तो तुसीं देखो जिहड़ा हल्का उहदे च कोई पत्ता आ जां कोई डिक्का हैगा जां कुछ भी है ना उपर आ जाता, तो उन्होंने बड़ी ईजीली आप रिमूव कर दें, नीचे अपने को प्योर चीज़ आ जाती है। सो वही मैथड है कि लेविगेशन है कि तुसी ग्रेविटी के राही भी सैपरेशन कर सकते हैं, हल्के इंप्योरिटीज़ थोड़ियाँ पानी च रिमूव हो जाएगियाँ। ये डिफरेंट मैथड दिते मैं कट दिते, सिर्फ आपको मीनिंग क्लीयर होना चाहिए कि चीज़ की है। नैक्सट जो मैगनैटिक सैपरेशन भी कर सकते हैं। मैगनैटिक तो हूँ तुहानूं नाम तो ही पता लग गया राजे, जी कोई आयरन की मतलब इनू इंप्योरिटी कह लो, ਜਾਂ मैगनैटिक तो नॉन मैगनैटिक चीज़ अलग हो जानी है मैगनेट के नाल, चुंबक के नाल, ठीक है। निकल है, कोबाल्ट है, ये जड़ियाँ ना अट्रैक्ट हो जाती मैगनेट वाल। सो इत्थे मतलब इस तरह का एक इंस्ट्रूमेंट हुंदा आ कि अपने कोल 2 रोलर जे हुंदे आ, एक पट्टी घुमा दी जाए, ये पट्टी की जी घूमती होंगी है ना रोलर्स के उत्ते, एक रोलर तो सिंपल होंगे, एक मैगनैटिक होंगे। इतों तुसीं अपनी ओर पाते जाओगे, जी मैगनेट वाल अट्रैक्ट होगी वह चूरा इत्थे इकट्ठा हो जाऊगा, जी मैगनेट वाल जाती है नहीं वो इधरले पासे इकट्ठी हो जाऊगी। सो मैगनैटिक मटीरियल एक साइड ते नॉन मैगनैटिक तुसीं सैपरेट कर सकते हैं।
ਇਹਨੂੰ ਰਾਜੇ ਅਸੀਂ ਬੋਲਦੇ ਹਾਂ ਮੈਗਨੈਟਿਕ ਸੈਪਰੇਸ਼ਨ ਮੈਥਡ। ਠੀਕ ਹੈ ਜੀ। ਤਾਂ ਮੈਗਨੈਟਿਕ ਸੈਪਰੇਸ਼ਨ ਮੈਥਡ ਤਾਂ ਬਹੁਤ ਈਜ਼ੀ ਆ ਔਰ ਇਹ ਪੁੱਛਿਆ ਵੀ ਜਾਂਦਾ ਇੱਕ ਨੰਬਰ 'ਚ ਕਿ ਤੁਸੀਂ ਕਿੱਦਾਂ ਦੀਆਂ ਇੰਪਿਊਰਿਟੀਜ਼ ਵਗੈਰਾ ਦੇ ਨਾਲ ਅਲੱਗ ਕਰ ਸਕਦੇ ਹੋ। ਤਾਂ ਅਸੀਂ ਦੱਸ ਦਾਂਗੇ ਜਿਹੜੀਆਂ ਇੰਪਿਊਰਿਟੀਜ਼ ਜਿਹੜੀਆਂ ਮੈਗਨੇਟ ਵੱਲ ਅਟਰੈਕਟ ਹੁੰਦੀਆਂ ਨਾ ਤਾਂ ਉਸ ਆਪੇ ਸੈਪਰੇਟ ਹੋ ਜਾਣਗੀਆਂ। ਅਗਰ ਸਾਡੀ ਔਰ ਮੈਗਨੈਟਿਕ ਹੈ ਤਾਂ ਉਹ ਅਲੱਗ ਹੋ ਜਾਏਗੀ। ਸੋ ਡਿਪੈਂਡ ਕਰਦਾ ਹੈ ਕਿ ਜੋ ਮੈਗਨੇਟ ਵੱਲ ਅਟਰੈਕਟ ਹੋਏਗਾ ਉਹਦੀ ਅਲੱਗ ਢੇਰੀ ਬਣ ਜਾਣੀ ਹੈ, ਜਿਹੜਾ ਨਹੀਂ ਹੁੰਦਾ ਉਹਦੀ ਡਿਫਰੈਂਟ ਬਣ ਜਾਣੀ ਹੈ। ਉਹ ਤੋਂ ਅਸੀਂ ਅਲੱਗ-ਅਲੱਗ ਕਰ ਸਕਦੇ ਹਾਂ। ਇਸ ਤੋਂ ਇਲਾਵਾ ਮੈਥਡ ਜਿਹੜਾ ਕਿ ਤੁਸੀਂ ਕਰਨਾ ਹੈਗਾ ਫਰੋਥ ਫਲੋਟੇਸ਼ਨ। ਫਰੋਥ ਫਲੋਟੇਸ਼ਨ ਝੱਗ ਤਰਾਓ ਵਿਧੀ ਪੰਜਾਬੀ 'ਚ ਇਹਨੂੰ ਕਹਿੰਦੇ ਆ। ਇਟ ਇਜ਼ ਵੈਰੀ ਇੰਪੋਰਟੈਂਟ ਮੈਥਡ। ਜਿਹੜਾ ਇੰਪੋਰਟੈਂਟ ਆ ਉਹਨੂੰ ਤੁਸੀਂ ਅਲੱਗ ਤੋਂ ਯਾਦ ਕਰ ਲਿਓ। ਫਰੋਥ ਫਲੋਟੇਸ਼ਨ ਆਪਾਂ ਇਹਦੀ ਡਿਟੇਲ ਨਹੀਂ ਕਰਨੀ ਹੁੰਦੀ, ਆਪਾਂ ਤਾਂ ਸਿਰਫ ਦੇਖਣਾ ਹੈ ਕਿ ਫਰੋਥ ਜਿਹੜੀ ਫਲੋਟੇਸ਼ਨ ਮੈਥਡ ਹੈ ਇਹ ਸਲਫਾਈਡ ਓਰਸ ਲਈ ਵਰਤੀ ਜਾਂਦੀ ਹੈ। ਤਾਂ ਧਿਆਨ ਰੱਖਿਓ ਵੀ ਇਹ ਪੁੱਛਿਆ ਜਾਂਦਾ ਵੀ ਕਿਹੜਾ ਮੈਥਡ ਕਿਹੜੀ ਓਰ ਦੇ ਲਈ ਯੂਜ਼ ਕਰਾਂਗੇ। ਸੋ 1 ਨੰਬਰ ਦਾ ਕੁਐਸਚਨ ਆਪਾਂ ਇਹ ਵੀ ਤਿਆਰ ਕਰਨਾ ਪਏਗਾ। ਸੋ ਝੱਗ ਤਰਾਓ ਵਿਧੀ ਇੱਦਾਂ ਹੁੰਦੀ ਹੈ ਕਿ ਸਾਡੇ ਕੋਲ ਜਿਹੜੀ ਓਰ ਹੁੰਦੀ ਹੈ ਤੇ ਨਾਲ ਸਾਡੇ ਕੋਲ ਉਹਦੇ 'ਚ ਇੰਪਿਊਰਿਟੀਜ਼ ਮਿਕਸ ਹੋਈਆਂ ਹੁੰਦੀਆਂ। ਹੁਣ ਮੈਂ ਤੁਹਾਨੂੰ ਇੰਪਿਊਰਿਟੀਜ਼ ਦਾ ਨਾਮ ਦੱਸਣਾ ਭੁੱਲ ਗਈ। ਦੈਟ ਇਜ਼ ਕਾਲਡ ਗੈਂਗ। ਗੈਂਗ ਜਿਹੜੀ ਹੋਏਗੀ ਨਾ ਤੁਹਾਡੇ ਕੋਲ, ਜਾਂ ਇਹਨੂੰ ਬੋਲਦੇ ਆ ਮੈਟ੍ਰਿਕਸ। ਮੈਟ੍ਰਿਕਸ ਔਰ ਗੈਂਗ ਕੀ ਹੁੰਦਾ 1 ਨੰਬਰ 'ਚ ਤਾਂ ਇਹ ਵੀ ਆਏਗਾ ਤੁਹਾਡੇ ਕੋਲ। ਸੋ ਅਨਵਾਂਟਿਡ ਮਟੀਰੀਅਲ ਜਿੰਨਾ ਵੀ ਤੁਹਾਡੀ ਓਰ 'ਚ ਸ਼ਾਮਲ ਹੈ, ਜਿੰਨੀਆਂ ਵੀ ਇੰਪਿਊਰਿਟੀਜ਼ ਸ਼ਾਮਲ ਹੈਗੀਆਂ, ਦੈਟ ਇਜ਼ ਨੋਨ ਐਜ਼ ਗੈਂਗ ਔਰ ਮੈਟ੍ਰਿਕਸ ਬੋਲਦੇ ਆ। ਫਲਕਸ ਅਲੱਗ ਚੀਜ਼ ਹੈ, ਇਹਨੂੰ ਅਸੀਂ ਗੈਂਗ ਜਾਂ ਮੈਟ੍ਰਿਕਸ ਬੋਲਦੇ ਆ। ਇੱਥੇ ਮੈਂ ਤੁਹਾਨੂੰ ਫਲਕਸ ਵੀ ਦੱਸ ਦਿੰਦੀ ਹਾਂ। ਜਦੋਂ ਤੁਸੀਂ ਮੈਟ੍ਰਿਕਸ ਆ ਗੈਂਗ ਨੂੰ ਕਿਸੇ ਪਿਘਲੀ ਹੋਈ ਹਾਲਤ 'ਚ ਲਿਆਉਣਾ ਚਾਹੁੰਦੇ ਆ ਤਾਂ ਉਸ ਟਾਈਮ ਤੁਸੀਂ ਇਹਨਾਂ ਨੂੰ ਕਿਸੇ ਚੀਜ਼ 'ਚ ਮਿਕਸ ਕਰੋਗੇ ਜਿਹਦੇ ਨਾਲ ਇੱਕ ਤੁਹਾਡੇ ਕੋਲ ਨਾ ਫਲਕਸ ਮਟੀਰੀਅਲ ਤਿਆਰ ਹੋਏਗਾ ਜਿਹੜਾ ਫਿਊਜ਼ੀਬਲ ਹੋਏਗਾ। ਮਤਲਬ ਫਿਊਜ਼ੀਬਲ ਦਾ ਮਤਲਬ ਮੈਲਟ ਹੋ ਜਾਊਗਾ, ਉਹ ਪਾਣ ਤੇ ਚੀਜ਼ ਮੈਲਟ ਹੋ ਜਾਏਗੀ। ਸੋ ਜਦੋਂ ਤੁਸੀਂ ਗੈਂਗ ਪਾਰਟੀਕਲਸ ਨੂੰ ਫਲਕਸ ਦੇ ਵਿੱਚ ਮਿਲਾਓਗੇ, ਫਲਕਸ ਇੱਦਾਂ ਦਾ ਮਟੀਰੀਅਲ ਹੋਏਗਾ ਜਿਹੜਾ ਤੁਹਾਡੇ ਗੈਂਗ ਜਾਂ ਮੈਟ੍ਰਿਕਸ ਨੂੰ ਇੱਕ ਫਿਊਜ਼ੀਬਲ ਸਟੇਟ 'ਚ ਲੈ ਕੇ ਆਏਗਾ, ਜਿਹਦੇ ਨਾਲ ਤੁਸੀਂ ਉਹਨੂੰ ਜਲਦੀ ਰਿਮੂਵ ਕਰ ਪਾਓਗੇ। ਇਟ ਇਜ਼ ਨੋਨ ਐਜ਼ ਫਲਕਸ। ਸੋ ਫਲਕਸ ਦਾ ਵੀ ਆਪਣੇ ਕੋਲ ਕੁਐਸਚਨ ਜਿਹੜਾ ਉਹ ਆਏਗਾ। ਉਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਸੀ ਰਾਜੇ ਫਰੋਥ ਫਲੋਟੇਸ਼ਨ ਪ੍ਰੋਸੈਸ ਦੀ। ਫਰੋਥ ਫਲੋਟੇਸ਼ਨ ਪ੍ਰੋਸੈਸ ਦੇ ਵਿੱਚ ਤੁਹਾਡੀ ਓਰ ਜਿਹੜੀ ਹੁੰਦੀ ਆ ਉਹ ਪਾਰਟੀਕਲਸ ਹਲਕੇ ਹੁੰਦੇ ਆ ਔਰ ਇੰਪਿਊਰਿਟੀਜ਼ ਤੁਹਾਡੀਆਂ ਹੁੰਦੀਆਂ ਭਾਰੀ, ਉਹਨਾਂ ਨੂੰ ਸੈਪਰੇਟ ਕਰਨਾ ਈਜ਼ੀ ਹੋ ਜਾਂਦਾ। ਹੁਣ ਹਲਕੀ ਚੀਜ਼ ਜਿਹੜੀ ਕਿਸ ਰੂਪ 'ਚ ਉੱਪਰ ਆਏਗੀ, ਓਰ ਕਿੱਦਾਂ ਉੱਪਰ ਆਏਗੀ, ਇਹਦੀ ਫੋਮ ਬਣੇਗੀ, ਝੱਗ ਬਣਦੀ ਹੈ। ਕਿੱਦਾਂ ਬਣਦੀ ਹੈ ਕਿ ਜਿਹੜੇ ਸਾਡੇ ਓਰ ਪਾਰਟੀਕਲਸ ਹੋਣਗੇ, ਇੱਥੇ ਆਪਾਂ ਆਇਲ ਤੇ ਵਾਟਰ ਯੂਜ਼ ਕਰਦੇ ਹਾਂ, ਇਹਦਾ ਮਿਕਸਚਰ ਪਾਵਾਂਗੇ। ਆਇਲ ਤੇ ਵਾਟਰ, ਜਿਹੜੀ ਤਾਂ ਓਰ ਹੋਊਗੀ ਤੁਹਾਡੀ ਆਇਲ ਸੋਲੂਬਲ ਹੋਏਗੀ, ਜਿਹੜੀਆਂ ਤੁਹਾਡੀਆਂ ਇੰਪਿਊਰਿਟੀਜ਼ ਹੋਣਗੀਆਂ ਉਹ ਵਾਟਰ ਸੋਲੂਬਲ ਹੋਣਗੀਆਂ। ਸੋ ਇੱਕ ਚੀਜ਼ ਆਇਲ ਦੇ ਵਿੱਚ ਜਿਹੜੀ ਆ ਉਹ ਆ ਜਾਏਗੀ, ਇੱਕ ਚੀਜ਼ ਤੁਹਾਡੀ ਵਾਟਰ ਨਾਲ ਮਿਕਸ ਹੋਏਗੀ। ਫਿਰ ਇੱਕ ਰੋਟੇਟਿੰਗ ਪੈਡਲ ਚਲਾਵਾਂਗੇ ਆਪਾਂ, ਉਹ ਘੁੰਮੇਗਾ, ਦੋਨਾਂ ਨੂੰ ਮਿਕਸ ਕਰੇਗਾ। ਜਿੱਦਾਂ ਮਿਕਸਿੰਗ ਹੁੰਦੀ ਜਾਏਗੀ ਨਾ, ਜਿਹੜੀ ਆਇਲ ਵਾਲੀ ਚੀਜ਼ ਹੈਗੀ ਤੁਹਾਡੀ ਉੱਪਰ ਆ ਜਾਣੀ ਹੈ, ਉਹਦੀ ਝੱਗ ਬਣ ਜਾਣੀ ਹੈ, ਉਹ ਤੁਹਾਡੀ ਸਾਰੀ ਓਰ ਉੱਪਰ ਆ ਜਾਣੀ ਹੈ। ਉਹ ਓਰ ਆਪਾਂ ਸੈਪਰੇਟ ਕਰ ਲੈਣੀ ਹੈ, ਨੀਚੇ ਪਾਣੀ ਦੇ ਵਿੱਚ ਸਾਡੇ ਕੋਲ ਇੰਪਿਊਰਿਟੀਜ਼ ਰਹਿ ਜਾਂਦੀਆਂ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਮੈਥਡ ਦੈਟ ਇਜ਼ ਫਰੋਥ ਫਲੋਟੇਸ਼ਨ ਪ੍ਰੋਸੈਸ। ਸੋ ਇਹ ਜ਼ਰੂਰ ਕਰ ਲੈਣਾ। ਤੁਸੀਂ ਸਮਝ ਗਏ ਨਾ ਕਿਸ ਤਰ੍ਹਾਂ ਹੋਏਗਾ। ਡਾਇਗਰਾਮ ਬੁੱਕ 'ਚ ਦਿੱਤੀ ਹੋਈ ਆ, ਅਗਰ ਤੁਹਾਨੂੰ ਡਾਇਗਰਾਮ ਦੇਖ ਕੇ ਕਲੀਅਰ ਹੁੰਦਾ ਡਾਇਗਰਾਮ ਚੈੱਕ ਕਰ ਲਓ। ਇੱਥੇ ਵੀ ਬਣਾਈ ਹੋਈ ਹੈ ਡਾਇਗਰਾਮ। ਸੋ ਇਹਦੇ ਵਿੱਚ ਵੀ ਆਪਾਂ ਨਾ ਇੱਕ ਟੈਂਕ ਲੈ ਲੈਣਾ, ਜਿੱਦਾਂ ਉਹਦੇ ਵਿੱਚ ਇੱਕ ਰੋਟੇਟਿੰਗ ਪੈਡਲ ਵੀ ਤੁਹਾਨੂੰ ਲਗਾਉਣਾ ਪੈਣਾ। ਫਿਰ ਤੁਸੀਂ ਇਹਦੇ ਵਿੱਚ ਸਾਰਾ ਕੁਝ ਪਾ ਦੇਣਾ, ਉੱਪਰ ਜਿਹੜੀ ਉਹ ਝੱਗ ਇਕੱਠੀ ਹੋਏਗੀ, ਉਹਨੂੰ ਅਸੀਂ ਅਲੱਗ ਜਿਹੜੀ ਹੈ ਸੈਪਰੇਟ ਕਰ ਲਾਂਗੇ। ਸੋ ਇਟ ਇਜ਼ ਵੈਰੀ ਈਜ਼ੀ ਮੈਥਡ ਫॉर ਸਲਫਾਈਡ ਦੀ ਸੈਪਰੇਸ਼ਨ ਲਈ ਯੂਜ਼ ਕੀਤਾ ਜਾਏਗਾ ਸਲਫਰ ਲਈ। ਨੈਕਸਟ ਹੋਰ ਮੈਥਡ ਵੀ ਹੈਗੇ ਜਿਹਦੇ ਨਾਲ ਤੁਸੀਂ ਕੰਸਨਟ੍ਰੇਸ਼ਨ ਕਰ ਲਓਗੇ, ਯਾਨੀ ਹਾਲੇ ਆਪਾਂ ਦੂਜਾ ਸਟੈਪ ਚੱਲ ਰਹੇ ਹਾਂ। ਕੰਸਨਟ੍ਰੇਸ਼ਨ ਆਫ ਓਰ ਵਾਸਤੇ ਡਿਫਰੈਂਟ ਮੈਥਡਸ ਅਸੀਂ ਯੂਜ਼ ਕਰ ਸਕਦੇ ਹਾਂ। ਅਗਲਾ ਪ੍ਰੋਸੈਸ ਹੈਗਾ ਰਾਜੇ ਲੀਚਿੰਗ। ਲੀਚਿੰਗ ਦੀ ਵੀ ਡੈਫੀਨੇਸ਼ਨ ਕਰਨੀ ਤੁਸੀਂ ਹੋਰ ਇਹੀ ਯਾਦ ਕਰ ਸਕਦੇ ਹੋ ਵੀ ਕਿਹੜੀ ਓਰ ਦੇ ਲਈ ਵਰਤ ਸਕਦੇ ਹਾਂ ਆਪਾਂ, ਮੈਟਲ ਕੱਢਣ ਲਈ ਵਰਤ ਸਕਦੇ ਹਾਂ। ਸੋ ਲੀਚਿੰਗ ਮੈਥਡ ਦੇ ਵਿੱਚ ਕੀ ਹੋਏਗਾ, ਇਹਦੇ 'ਚ ਓਰ ਜਿਹੜੀ ਹੈ ਨਾ ਉਸ ਵਕਤ ਤੁਸੀਂ ਇਸ ਮੈਥਡ ਨੂੰ ਯੂਜ਼ ਕਰੋਗੇ ਜਦੋਂ ਤੁਹਾਡੀ ਓਰ ਜਿਹੜੀ ਹੋਏਗੀ ਦੈਟ ਵਿਲ ਬੀ ਸੋਲੂਬਲ ਇਨ ਸੋਲਵੈਂਟ। ਕੋਈ ਤੁਸੀਂ ਇੱਦਾਂ ਦਾ ਸੋਲਵੈਂਟ ਹੈ ਜਿਸ 'ਚ ਤੁਹਾਡੀ ਓਰ ਜਿਹੜੀ ਹੈ ਘੁਲ ਜਾਂਦੀ ਹੈ, ਤੁਸੀਂ ਇਹਦੇ ਲਈ ਲੀਚਿੰਗ ਪ੍ਰੋਸੈਸ ਯੂਜ਼ ਕਰ ਸਕਦੇ ਆ, ਉਹਨੂੰ ਲੀਚਿੰਗ ਕਹਿੰਦੇ ਆ। ਉਹ ਜਿਹੜੀ ਹੈ ਤੁਹਾਡੀ ਡਿਜ਼ੋਲਵ ਹੋ ਜਾਏਗੀ, ਇੰਪਿਊਰਿਟੀਜ਼ ਨਾਲ ਡਿਜ਼ੋਲਵ ਹੋਣ। ਇਹ ਧਿਆਨ ਰੱਖਣਾ ਪਏਗਾ ਕਿ ਇੱਦਾਂ ਦਾ ਸੋਲਵੈਂਟ ਵਰਤਾਂਗੇ ਜਿਹਦੇ 'ਚ ਓਰ ਸਾਡੀ ਡਿਜ਼ੋਲਵ ਹੋ ਜਾਂਦੀ ਹੋਵੇ ਪਰ ਇੰਪਿਊਰਿਟੀਜ਼ ਨਾ ਹੁੰਦੀਆਂ ਹੋਣ, ਤਾਂ ਉਹ ਦੋਨਾਂ ਨੂੰ ਆਪਾਂ ਸੈਪਰੇਟ ਕਰ ਸਕਦੇ ਹਾਂ। ਦਿਸ ਪ੍ਰੋਸੈਸ ਇਜ਼ ਨੋਨ ਐਜ਼ ਲੀਚਿੰਗ। ਉਸ ਤੋਂ ਬਾਅਦ ਤੁਹਾਡੇ ਕੋਲ ਆ ਜਾਂਦਾ ਐਲੂਮੀਨੀਅਮ ਨੂੰ। ਇਸ ਪ੍ਰੋਸੈਸ ਐਲੂਮੀਨੀਅਮ ਦੀ ਜਦੋਂ ਐਕਸਟ੍ਰੈਕਸ਼ਨ ਹੁੰਦੀ ਹੈ ਨਾ ਉਦੋਂ ਹੀ ਵਰਤਿਆ ਜਾਂਦਾ। ਮੈਂ ਅੰਡਰਲਾਈਨ ਕੀਤੀ ਆ, ਉਹਨੂੰ ਬਾਇਟਸ ਪ੍ਰੋਸੈਸ ਕਹਿੰਦੇ ਆ। ਹਰ ਪ੍ਰੋਸੈਸ ਦਾ ਨਾਮ ਹੀ ਚੇਤੇ ਕਰਨਾ ਪਊਗਾ ਕਿ ਉਹਦੇ ਵਿੱਚ ਲੀਚਿੰਗ ਨਹੀਂ ਕਹਿੰਦੇ, ਲੀਚਿੰਗ ਦਾ ਨਾਮ ਬਣ ਜਾਂਦਾ ਬਾਇਟਸ ਪ੍ਰੋਸੈਸ ਨਾਲ ਅਸੀਂ ਇਹ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਤੁਹਾਡੇ ਕੋਲ ਆ ਜਾਂਦਾ ਰਾਜੇ ਐਕਸਟ੍ਰੈਕਸ਼ਨ। ਹੁਣ ਬਸ ਇਹ ਕੰਸਨਟ੍ਰੇਸ਼ਨ ਦੇ ਮੈਥਡ ਸਾਡੇ ਕੋਲ ਖਤਮ ਹੋ ਗਏ, ਸਾਡੀ ਓਰ ਗਾੜੀ ਹੋ ਗਈ। ਕੁਛ ਅਸੀਂ ਹੈਡ ਪਿਕਿੰਗ ਨਾਲ ਗਾੜੀ ਕਰ ਲਈ, ਕੁਛ ਮੈਗਨੈਟਿਕ ਸੈਪਰੇਸ਼ਨ ਨਾਲ ਕਰ ਲਈ, ਗ੍ਰੈਵਿਟੀ ਸੈਪਰੇਸ਼ਨ ਨਾਲ ਕਰ ਲਈ, ਫਰੋਥ ਫਲੋਟੇਸ਼ਨ ਪ੍ਰੋਸੈਸ ਕਰ ਲਿਆ, ਲੀਚਿੰਗ ਕਰ ਲਈ ਹੈ। ਹੁਣ ਇਸ ਤੋਂ ਬਾਅਦ ਜਦੋਂ ਤੁਹਾਡੀ ਓਰ ਕੰਸਨਟ੍ਰੇਟ ਹੋ ਗਈ ਤਾਂ ਤੁਸੀਂ ਥਰਡ ਸਟੈਪ ਤੇ ਪਹੁੰਚ ਗਏ। ਹੁਣ ਤੁਹਾਡੇ ਕੋਲ ਕ੍ਰਿਊਡ ਮੈਟਲ ਇਕੱਠੀ ਹੋ ਗਈ ਹੈ। ਹੁਣ ਕ੍ਰਿਊਡ ਮੈਟਲ ਆ ਗਈ ਆ, ਉਸ ਕ੍ਰਿਊਡ ਮੈਟਲ ਨੂੰ ਤੁਸੀਂ ਕੀ ਕਰਨਾ ਹੋਏਗਾ, ਨੈਕਸਟ ਸਟੈਪ 'ਚ ਲੈ ਕੇ ਜਾਣਾ ਤਾਂ ਕਿ ਆਪਾਂ ਰਿਫਾਈਨਿੰਗ ਲਈ ਮੈਟਲ ਤਿਆਰ ਕਰ ਸਕੀਏ। ਕ੍ਰਿਊਡ ਮੈਟਲ ਵਾਸਤੇ ਜਿਹੜੀ ਆ
ਹੁਣ ਕਨਵਰਸ਼ਨ ਆਫ ਕੰਸਨਟ੍ਰੇਟਿਡ ਓਰ ਇਨਟੂ ਆਪਾਂ ਯਾਨੀ ਐਕਸਟ੍ਰੈਕਸ਼ਨ ਆਫ ਕਰੂਡ ਮੈਟਲ ਨੂੰ ਬਾਹਰ ਕੱਢਣਾ ਆ। ਥਰਡ ਸਟੈਪ ਤੇ ਆਪਾਂ ਪਹੁੰਚ ਗਏ, ਓਰ ਕੰਸਨਟ੍ਰੇਟਿਡ ਹੋ ਚੁੱਕੀ ਆ, ਉਹਦੇ ਵਿੱਚੋਂ ਕਰੂਡ ਮੈਟਲ ਨੂੰ ਅਸੀਂ ਬਾਹਰ ਲੈ ਕੇ ਆਉਣਾ ਆ। ਕੰਸਨਟ੍ਰੇਸ਼ਨ ਤੋਂ ਬਾਅਦ ਕੁਝ ਮੈਥਡ ਲਗਾਉਣੇ ਪੈਣਗੇ ਤਾਂ ਕਿ ਵਧੀਆ ਕਰੂਡ ਮੈਟਲ ਬਣ ਸਕੇ, ਜਿਹਦੇ ਚੋਂ ਸਿਰਫ ਫਿਰ ਰਿਫਾਈਨਿੰਗ ਕਰਨੀ ਬਚੂਗੀ। ਲਾਸਟ ਸਟੈਪ ਪਿਉਰੀਫਿਕੇਸ਼ਨ ਦਾ ਆਏਗਾ ਔਰ ਮੈਟਲ ਬਾਹਰ ਆਏਗੀ। ਸੋ ਕਰੂਡ ਮੈਟਲ ਨੂੰ ਇਕੱਠਾ ਕਰਨਾ ਪੈਂਦਾ ਕੰਸਨਟ੍ਰੇਟਿਡ ਓਰ ਚੋਂ, ਜਿਹੜੀ ਆਪਾਂ ਸੈਕੰਡ ਸਟੈਪ 'ਚ ਬਣਾ ਲਈ ਆ। ਉਹਦੇ ਵਿੱਚੋਂ ਕੱਢਣ ਦੇ ਲਈ ਆਪਾਂ ਨੂੰ ਦੋ ਮੈਥਡ ਅਪਲਾਈ ਕਰਨੇ ਪੈਂਦੇ ਆ। ਇੱਕ ਤਰ੍ਹਾਂ ਜੇ ਆਪਾਂ ਕਨਵਰਸ਼ਨ ਕਰਨੀ ਹੁੰਦੀ ਆ ਓਰ ਦੀ ਆਕਸਾਈਡ ਦੇ ਵਿੱਚ, ਜਿਹੜੀ ਆਪਣੇ ਕੋਲ ਓਰ ਇਕੱਠੀ ਹੋ ਗਈ ਨਾ ਕੰਸਨਟ੍ਰੇਟਿਡ ਦੂਜੀ ਚੀਜ਼ ਵਾਲੀ, ਇਹਨੂੰ ਅਸੀਂ ਆਕਸਾਈਡ ਬਣਾਉਣਾ ਹੁੰਦਾ। ਆਕਸਾਈਡ ਤੋਂ ਫਿਰ ਮੈਟਲ ਕੱਢਣੀ ਬਹੁਤ ਸੌਖੀ ਹੋ ਜਾਂਦੀ ਹੈ। ਆਕਸਾਈਡ ਫਾਰਮ 'ਚੋਂ ਕਈ ਵਾਰੀ ਆਕਸਾਈਡ ਇੰਪਿਊਰਿਟੀਜ਼ ਨੂੰ ਵੀ ਰਿਮੂਵ ਕਰ ਦਿੰਦੇ ਆ, ਕਈ ਵਾਰੀ ਆਕਸਾਈਡ ਤੋਂ ਮੈਟਲ ਵੀ ਨਿਕਲ ਆਉਂਦੀ ਹੈ। ਸੋ ਇਹ ਸਟੈਪ ਇੰਪੋਰਟੈਂਟ ਹੈ। ਇਹਦੇ ਵਿੱਚ ਤੁਸੀਂ ਦੋ ਸਟੈਪ ਫੋਲੋ ਕਰਨੇ ਆ। ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ ਡੈਫੀਨੇਸ਼ਨਸ, ਕੈਲਸੀਨੇਸ਼ਨ ਐਂਡ ਰੋਸਟਿੰਗ। दैट इज़ वेरी इंपॉर्टेंट, कैल्सीनेशन एंड रोस्टिंग। ये दो प्रोसैस ਦੇ ਵਿੱਚ डिफरेंस ਤੁਸੀਂ याद रखोगे। कैल्सीनेशन ਜਿਹੜਾ ਇਦਾਂ ਦਾ ਪ੍ਰੋਸੈਸ ਹੋਏਗਾ ਜੇ ਤੁਸੀਂ ਸਟਰੋਂਗਲੀ ਹੀਟ ਕਰਨਾ ਆਪਣੀ ਓਰ ਨੂੰ, ਬਸ ਇਹਦੇ ਵਿੱਚ ਹੀਟਿੰਗ ਹੋਏਗੀ ਔਰ ਪਰ ਹੀਟਿੰਗ ਜਿਹੜੀ ਕਰੋਗੇ ਤੁਸੀਂ ਲਿਮਿਟਿਡ ਸਪਲਾਈ ਆਕਸੀਜਨ ਦੀ ਦੇਣੀ ਹੈ ਜਾਂ ਐਬਸੈਂਸ ਆਫ 에ਅਰ 'ਚ ਕਰਨੀ ਹੈ। ਲੇਕਿਨ ਰੋਸਟਿੰਗ ਜਦੋਂ ਕਰੋਗੇ ਤਾਂ ਤੁਸੀਂ ਐਕਸੈਸ ਆਫ 에ਅਰ ਦੋਗੇ। ਹਵਾ ਦਾ ਫਰਕ ਯਾਨੀ ਆਕਸੀਜਨ ਦਾ ਡਿਫਰੈਂਸ ਪਾ ਦੇਣਾ ਦੋਨੋਂ ਸਟੈਪ ਦੇ ਵਿੱਚ। ਇੱਕ ਸਟੈਪ ਦੇ ਵਿੱਚ ਕੈਲਸੀਨੇਸ਼ਨ ਦੇ ਵਿੱਚ ਆਕਸੀਜਨ ਦੀ ਸਪਲਾਈ ਮਿਨੀਮਮ ਰਹੇਗੀ, ਕੁਝ ਮੈਟਲਸ ਨੂੰ ਇਹਦੀ ਲੋੜ ਪਏਗੀ ਕਰੂਡ ਮੈਟਲ ਕੱਢਣ ਲਈ, ਕੁਝ ਮੈਟਲ ਦੀ ਜਿਹੜੀ ਐਕਸਟ੍ਰੈਕਸ਼ਨ ਦੇ ਵਿੱਚ ਆਪਾਂ ਨੂੰ ਰੋਸਟਿੰਗ ਦੀ ਲੋੜ ਪੈਂਦੀ ਹੈ, ਜਿਹਦੇ 'ਚ ਆਪਾਂ ਐਕਸੈਸ ਆਫ ਆਕਸੀਜਨ ਸਪਲਾਈ ਕਰਕੇ ਹੀਟਿੰਗ ਕਰਦੇ ਹਾਂ। ਸੋ ਦੋਨੋਂ ਮੈਥਡਸ ਅਲੱਗ-ਅਲੱਗ ਓਰਸ ਲਈ ਵਰਤੇ ਜਾਂਦੇ ਆ, ਅਲੱਗ-ਅਲੱਗ ਮੈਟਲ ਦੀ ਐਕਸਟ੍ਰੈਕਸ਼ਨ ਲਈ ਵਰਤੇ ਜਾਂਦੇ, ਉਹਨਾਂ ਦੇ ਆਪਾਂ ਨਾਮ ਚੇਤੇ ਰੱਖਾਂਗੇ। ਕਿਹਦੇ ਲਈ ਕੈਲਸੀਨੇਸ਼ਨ ਯੂਜ਼ ਹੋਏਗੀ ਔਰ ਕਿਹਦੇ ਲਈ ਰਜੇ ਰੋਸਟਿੰਗ ਯੂਜ਼ ਹੋਏਗੀ। ਇਹ ਕਰਨ ਤੋਂ ਬਾਅਦ ਫਿਰ ਤੁਸੀਂ ਕਨਵਰਸ਼ਨ ਆਫ ਆਕਸਾਈਡ ਮੈਟਲ ਟੂ ਮੈਟੈਲਿਕ ਫਾਰਮ ਦੇ ਵਿੱਚ ਯਾਨੀ ਕਿ ਅੱਗੇ ਵੀ ਸਟੈਪ ਇਹਦੇ ਲਗਾ ਸਕਦੇ ਹਾਂ ਆਪਾਂ, ਪਰ ਉਸ ਤੋਂ ਬਾਅਦ ਹਾਂਜੀ ਕਨਵਰਸ਼ਨ ਆਫ ਆਕਸਾਈਡ, ਹੁਣ ਤੁਸੀਂ ਆਕਸਾਈਡ ਬਣਾ ਲਏ, ਠੀਕ ਹੈ ਰਾਜੇ। ਇੱਥੇ ਇੱਕ ਸਟੈਪ ਹੋ ਗਿਆ। ਇੱਕ ਸਟੈਪ ਕਰੂਡ ਮੈਟਲ ਦੇ ਦੋ ਸਟੈਪ ਚੱਲਣੇ ਆਪਾਂ ਨੇ। ਪਹਿਲਾਂ ਆਪਾਂ ਨੇ ਕੰਸਨਟ੍ਰੇਟਿਡ ਓਰ ਨੂੰ ਆਕਸਾਈਡ 'ਚ ਕਨਵਰਟ ਕੀਤਾ, ਹੁਣ ਆਪਾਂ ਸੈਕੰਡ ਸਟੈਪ 'ਚ ਫਿਰ ਇਹਨੂੰ ਲੈ ਕੇ ਜਾਵਾਂਗੇ। ਸੈਕੰਡ ਸਟੈਪ 'ਚ ਆਪਾਂ ਆਕਸਾਈਡ ਦੀ ਰਿਡਕਸ਼ਨ ਕਰਾਂਗੇ, ਠੀਕ ਹੈ ਜੀ। ਹੁਣ ਦੋ ਸਟੈਪ ਸਮਝ ਆ ਗਏ। ਇਹ ਥਰਡ ਪੁਆਇੰਟ ਦੇ ਦੋ ਸਟੈਪ ਆਣਗੇ। ਪਹਿਲੇ ਦੇ ਵਿੱਚ ਤੁਸੀਂ ਗ੍ਰਾਈਂਡਿੰਗ ਕੀਤੀ, ਦੂਜੇ 'ਚ ਤੁਸੀਂ ਓਰ ਨੂੰ ਕੰਸਨਟ੍ਰੇਟ ਕੀਤਾ ਡਿਫਰੈਂਟ ਮੈਥਡਸ ਨਾਲ। ਹੁਣ ਤੁਸੀਂ ਉਸ ਕੰਸਨਟ੍ਰੇਟਿਡ ਓਰ 'ਚੋਂ ਆਪਣੀ ਕਰੂਡ ਮੈਟਲ ਤੱਕ ਪਹੁੰਚ ਰਹੇ ਆ। ਉਹਦੇ ਲਈ ਦੋ ਸਟੈਪ ਫੋਲੋ ਕਰਨੇ ਆ। ਪਹਿਲਾਂ ਤੁਸੀਂ ਉਹਨੂੰ ਆਕਸਾਈਡ ਬਣਾ ਲਓ, ਆਹ ਦੋ ਮੈਥਡ ਹੈਗੇ ਆਕਸਾਈਡ ਬਣਾਉਣ ਦੇ, ਆਕਸੀਜਨ ਦੇਣੀ ਆ। ਸੈਕੰਡ ਸਟੈਪ ਤੁਸੀਂ ਉਹਦੀ ਰਿਡਕਸ਼ਨ ਕਰੋਗੇ। ਪਹਿਲਾਂ ਆਕਸੀਜਨ ਦਿੱਤੀ ਆ, ਹੁਣ ਅਸੀਂ ਰਿਡਿਊਸ ਕਰ ਦਾਂਗੇ ਉਹਨੂੰ। ਰਿਡਿਊਸ ਕਰਕੇ ਆਪਾਂ ਫਿਰ ਮੈਟਲ ਦੇ ਨੇੜੇ ਪਹੁੰਚ ਜਾਵਾਂਗੇ। ਰਿਡਕਸ਼ਨ ਤੁਸੀਂ ਮੇਨਲੀ ਜਿਹੜੀ ਕਰ ਸਕਦੇ ਆ ਉਹ ਕਾਰਬਨ ਦੇ ਨਾਲ ਹੁੰਦੀ ਹੈ ਜੀ, ਵੈਰੀ ਵੈਰੀ ਇੰਪੋਰਟੈਂਟ। ਇਸ ਤੋਂ ਇਲਾਵਾ ਤੁਸੀਂ ਚਾਰਟ ਬਣਿਆ ਹੋਇਆ ਕਿ ਕਿਹੜੇ ਕਿਹੜੇ ਰਿਡਿਊਸਿੰਗ ਏਜੰਟ ਤੁਸੀਂ ਯੂਜ਼ ਕਰ ਸਕਦੇ ਆ। ਐਲੂਮੀਨੀਅਮ ਨਾਲ ਕਰ ਸਕਦੇ ਆ, ਕਾਰਬਨ ਮੋਨੋਆਕਸਾਈਡ ਨਾਲ ਕਰ ਸਕਦੇ ਆ। ਸੋ ਕਾਰਬਨ ਤੇ ਕਾਰਬਨ ਮੋਨੋਆਕਸਾਈਡ ਦਾ ਕੁਐਸਚਨ ਜ਼ਰੂਰ ਆਉਂਦਾ ਹੁੰਦਾ, ਕਿੰਨੇ ਟੈਂਪਰੇਚਰ ਤੇ ਤੁਸੀਂ ਕਾਰਬਨ ਨੂੰ ਰਿਡਿਊਸਿੰਗ ਏਜੰਟ ਦਾ ਯੂਜ਼ ਕਰੋਗੇ ਔਰ ਕਿੰਨੇ ਟੈਂਪਰੇਚਰ ਤੇ, ਅਲੱਗ-ਅਲੱਗ ਟੈਂਪਰੇਚਰ ਤੇ ਦੋਨੋਂ ਐਕਟ ਕਰਦੇ ਆ। ਸੋ ਅਲੱਗ-ਅਲੱਗ ਡਿਫਰੈਂਸ ਹੋਏਗਾ ਤਾਂ ਆਪਾਂ ਟੈਂਪਰੇਚਰ ਦੀ ਰੇਂਜ ਯਾਦ ਰੱਖਾਂਗੇ ਵੀ ਇੰਨੇ ਤੱਕ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ, ਫਿਰ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ ਜਾਂ ਕਾਰਬਨ ਮੋਨੋਆਕਸਾਈਡ ਨੂੰ ਯੂਜ਼ ਕਰ ਸਕਦੇ ਹਾਂ। ਸੋ ਇੱਥੇ ਆਪਾਂ ਨੇ ਜਿਹੜੀ ਹੈ ਰਿਡਕਸ਼ਨ ਕਰਨੀ ਹੈ ਵਿਦ ਕਾਰਬਨ, ਐਲੂਮੀਨੀਅਮ, ਸੋਡੀਅਮ, ਕਾਫੀ ਆਪਣੇ ਕੋਲ ਇੱਦਾਂ ਦੇ ਜਿਹੜੇ ਹੈਗੇ ਐਲੀਮੈਂਟਸ ਹੈਗੇ ਜਿਹਦੇ ਨਾਲ ਇਹ ਪ੍ਰੋਸੈਸ ਕੀਤਾ ਜਾ ਸਕਦਾ। ਸੋ ਉਹਦਾ ਮੈਂ ਤੁਹਾਨੂੰ ਚਾਰਟ ਦੇ ਦੇਣਾ, ਜਿਹਦਾ ਕਾਰਬਨ ਹੈ, ਕਾਰਬਨ ਮੋਨੋਆਕਸਾਈਡ ਹੈ ਔਰ ਕਿਹੜੀ ਕਿਹੜੀ ਮੈਟਲ ਲਈ ਤੁਸੀਂ ਇਹਨੂੰ ਵਰਤੋਗੇ ਉਹ ਵੀ ਚਾਰਟ ਦੇ ਵਿੱਚ ਲਿਖਿਆ ਹੋਇਆ। ਸੋ ਇਹ ਰਿਡਕਸ਼ਨ ਹੋ ਜਾਏਗੀ ਆਪਣੇ ਕੋਲ। ਜਦੋਂ ਤੁਸੀਂ ਰਿਡਿਊਸ ਕਰ ਦਿੱਤਾ ਤਾਂ ਤੁਹਾਡੇ ਕੋਲ ਮੈਟਲ ਜਿਹੜੀ ਆ ਉਹ ਆ ਜਾਏਗੀ ਔਰ ਫਿਰ ਤੁਸੀਂ ਲਾਸਟ ਦੇ ਵਿੱਚ ਜਿਹੜਾ ਪ੍ਰੋਸੈਸ ਲੈ ਕੇ ਜਾਓਗੇ ਦੈਟ ਇਜ਼ ਪਿਊਰੀਫਿਕੇਸ਼ਨ। ਹੁਣ ਇੱਥੇ ਤੱਕ ਰਿਡਕਸ਼ਨ ਤੋਂ ਬਾਅਦ ਤੁਸੀਂ ਮੈਟਲ ਤੇ ਪਹੁੰਚ ਗਏ। ਹੁਣ ਮੈਟਲ ਤੇ ਪਹੁੰਚਣ ਤੋਂ ਬਾਅਦ ਤੁਸੀਂ ਉਹਨੂੰ ਰਿਫਾਈਨਿੰਗ ਕਰੋਗੇ, ਯਾਨੀ ਕਿ ਲਾਸਟ ਸਟੈਪ ਫੋਲੋ ਕਰੋਗੇ ਦੈਟ ਇਜ਼ ਰਿਫਾਈਨਿੰਗ। ਰਿਫਾਈਨਿੰਗ ਦਾ ਮਤਲਬ ਇਹ ਹੋਏਗਾ ਕਿ ਹੁਣ ਤੁਸੀਂ ਉਹਨੂੰ ਪਿਊਰੀਫਾਈ ਐਂਡ ਦੇ ਵਿੱਚ ਲਾਸਟ ਸਟੈਪ ਚੱਲ ਕੇ ਕੱਲੀ ਮੈਟਲ ਨੂੰ ਐਕਸਟ੍ਰੈਕਟ ਕਰੋਗੇ ਇਨ ਦਾ ਪਿਓਰ ਫਾਰਮ। ਰਿਫਾਈਨਿੰਗ ਵਾਸਤੇ ਫਿਰ ਅਜੇ ਡਿਫਰੈਂਟ ਮੈਥਡ ਯੂਜ਼ ਹੋਣਗੇ ਔਰ ਇਹ ਵੀ ਮੈਥਡਸ ਥੋੜ੍ਹੇ ਜਿਹੇ ਡੈਫੀਨੇਸ਼ਨਸ ਦੀ ਫਾਰਮ 'ਚ ਤਿਆਰ ਕਰਨੇ ਆ। ਜਿੱਦਾਂ ਪਹਿਲਾ ਡਿਸਟੀਲੇਸ਼ਨ ਆ, ਡਿਸਟੀਲੇਸ਼ਨ ਤੁਸੀਂ ਉਹਦੇ ਲਈ ਵਰਤ ਸਕਦੇ ਹੋ ਜਦੋਂ ਆਪਣੇ ਕੋਲ ਜਿਹੜੀ ਆ ਮੈਟਲ ਦੇ ਵਿੱਚ ਹਲੇ ਵੀ ਕਰੂਡ ਦਾ ਮਤਲਬ ਹੈ ਕਿ ਕੁਝ ਇੰਪਿਉਰਿਟੀਜ਼ ਹਲਕੀਆਂ ਫੁਲਕੀਆਂ ਰਹਿ ਗਈਆਂ, ਉਹਨੂੰ ਵੀ ਸੈਪਰੇਟ ਕਰਨਾ ਪਏਗਾ।
ਤਾਂ ਅਗਰ ਇੰਪਿਓਰਿਟੀਜ਼ ਦਾ ਬੋਇਲਿੰਗ ਪੁਆਇੰਟ ਵੱਖਰਾ ਵੱਖਰਾ ਹੋਇਆ, ਆਪਣੀ ਜਿਹੜੀ ਮੈਟਲ ਚਾਹੀਦੀ ਹੈ ਉਹਦਾ ਵੱਖਰਾ ਹੋਇਆ ਤਾਂ ਡਿਫਰੈਂਟ ਬੋਇਲਿੰਗ ਪੁਆਇੰਟ ਹੋਏ, ਇਹਨੂੰ ਆਪਾਂ ਮੈਥਡ ਨੂੰ ਡਿਸਟਿਲੇਸ਼ਨ ਯੂਜ਼ ਕਰਦੇ ਹਾਂ। ਇਹਦੇ ਵਾਸਤੇ ਆਪਾਂ ਕੀ ਕਰਾਂਗੇ, ਉਹਨੂੰ ਗਰਮ ਕਰ ਦਾਂਗੇ, ਠੀਕ ਹੈ, ਹੀਟ ਕਰਾਂਗੇ। ਹੀਟ ਕਰਨ ਤੇ ਜਿਹਦਾ ਬੋਇਲਿੰਗ ਪੁਆਇੰਟ ਪਹਿਲਾਂ ਆਊਗਾ ਪਹਿਲਾਂ ਬੋਇਲ ਹੋ ਜੂਗੀ, ਆਪਾਂ ਉਹ ਵਾਲੇ ਵੇਪਰਸ ਕੀ ਕਰਨੇ ਆ, ਸੈਪਰੇਟ ਕਰ ਲੈਣੇ ਆ। ਜਿਹਦਾ ਬੋਇਲਿੰਗ ਪੁਆਇੰਟ ਉਹ ਤੋਂ ਥੱਲੇ ਹੋਇਆ ਉਹ ਉਦੋਂ ਆਪਣੇ ਬੋਇਲਿੰਗ ਪੁਆਇੰਟ ਤੇ ਬੋਇਲ ਕਰੂਗੀ। ਜਾਨੀ ਡਿਫਰੈਂਟ ਬੋਇਲਿੰਗ ਪੁਆਇੰਟ ਤੇ ਤੁਹਾਡੇ ਅਲੱਗ-ਅਲੱਗ ਕੰਪੋਨੈਂਟ ਅਲੱਗ-ਅਲੱਗ ਹੋਣੇ ਸਟਾਰਟ ਹੋ ਜਾਣਗੇ, ਉਹਦੇ ਨਾਲ ਵੀ ਤੁਹਾਡੀ ਮੈਟਲ ਜਿਹੜੀ ਹੈ ਸੈਪਰੇਟ ਹੋ ਸਕਦੀ ਹੈ। ਸੈਕਿੰਡ ਮੈਥਡ ਤੁਸੀਂ ਲਿਕੁਏਸ਼ਨ ਕਰ ਸਕਦੇ ਆ। ਇਹਦੇ ਵਿੱਚ ਤੁਸੀਂ ਜੇ ਤੁਹਾਡੇ ਕੰਪੋਨੈਂਟ ਜਿਹੜੇ ਆ ਬੋਇਲਿੰਗ ਵਾਲੇ ਨਹੀਂ ਹੈਗੇ, ਠੀਕ ਹੈ, ਅਗਰ ਆਪਾਂ ਉਹ ਕੰਪੋਨੈਂਟ ਸੈਪਰੇਟ ਕਰਨੇ ਆ ਜਿਹੜੇ ਮੈਲਟ ਹੋ ਕੇ ਅਲੱਗ ਹੋ ਸਕਦੇ ਆ, ਇਹ ਮੈਲਟਿੰਗ ਵਾਸਤੇ ਯੂਜ਼ ਹੋਏਗਾ, ਜਿਨ੍ਹਾਂ ਦੇ ਡਿਫਰੈਂਟ ਮੈਲਟਿੰਗ ਪੁਆਇੰਟਸ ਹੋਣਗੇ। ਸੋ ਜਿਹਦਾ ਮੈਲਟਿੰਗ ਪੁਆਇੰਟ ਜਿਹੜਾ ਹੈਗਾ ਜ਼ਿਆਦਾ ਹੋਏਗਾ ਉਹ ਲੇਟ ਮੈਲਟ ਹੋਏਗਾ, ਜਿਹਦਾ ਮੈਲਟਿੰਗ ਪੁਆਇੰਟ ਘੱਟ ਹੋਇਆ ਉਹਨੇ ਪਹਿਲਾਂ ਮੈਲਟ ਹੋ ਜਾਣਾ। ਤਾਂ ਜਦੋਂ ਪਹਿਲਾਂ ਮੈਲਟ ਹੋ ਕੇ ਉੱਪਰ ਜਾਊਗੀ ਆਪਾਂ ਉਹਨੂੰ ਸੈਪਰੇਟ ਕਰ ਲਾਂਗੇ। ਅਲੱਗ-ਅਲੱਗ ਲੇਅਰਸ ਬਣ ਜਾਂਦੀਆਂ ਹੁੰਦੀਆਂ, ਡਿਫਰੈਂਟ ਮੈਲਟਿੰਗ ਪੁਆਇੰਟ ਤੇ ਡਿਫਰੈਂਟ ਜਿਹੜੇ ਪੋਰਸ਼ਨਸ ਇਕੱਠੇ ਹੋ ਜਾਂਦੇ ਆ। ਐਦਾਂ ਦੀ ਮਤਲਬ ਆਪਰੇਟਸ ਬਣਿਆ ਹੁੰਦਾ ਕਿ ਉਹ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਕੰਪੋਨੈਂਟ ਜਿਹੜਾ ਜਿੱਦਾਂ ਇਸ ਢੰਗ ਦੇ ਨਾਲ ਅਲੱਗ-ਅਲੱਗ ਪਲੇਟਸ ਲੱਗੀਆਂ ਹੁੰਦੀਆਂ, ਤਾਂ ਜਿੱਥੇ ਜਿੱਥੇ ਜਿਹਦਾ ਮੈਲਟਿੰਗ ਪੁਆਇੰਟ ਆ ਉੱਥੇ ਉੱਥੇ ਉਹ ਪੋਰਸ਼ਨ ਜਿਹੜਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ, ਉਹਨੂੰ ਫਿਰ ਆਪਾਂ ਉੱਪਰੋਂ ਜਿਹੜਾ ਸੈਪਰੇਟ ਕਰ ਸਕਦੇ ਹਾਂ। ਸੋ ਇਹ ਦੋਨੋਂ ਮੈਥਡ ਆਪਾਂ ਵਰਤ ਸਕਦੇ ਹਾਂ ਫॉर ਪਿਊਰੀਫਿਕੇਸ਼ਨ। ਇਸ ਤੋਂ ਇਲਾਵਾ ਤੁਸੀਂ ਜਿਹੜੀ ਹੈ ਇਲੈਕਟ੍ਰੋਲਾਈਟਿਕ ਮੈਥਡ ਜਿਹੜਾ ਤੁਹਾਨੂੰ ਆਲਰੇਡੀ ਆਉਂਦਾ ਹੀ ਹੈ, ਜਿਸ 'ਚ ਕੈਥੋਡ ਐਨੋਡ ਲਗਾ ਸਕਦੇ ਹੋ, ਹੈ ਨਾ। ਆਪਾਂ ਕਰਦੇ ਹੁੰਦੇ ਨਾ, ਮੰਨ ਲਓ ਇੰਪਿਓਰਿਟੀ ਹੈਗੀ ਤੁਹਾਡੀ ਕਰੂਡ ਮੈਟਲ, ਉਹਦੀ ਤੁਸੀਂ ਐਨੋਡ ਬਣਾ ਲਓ, ਦੂਜੇ ਦੀ ਕੈਥੋਡ, ਇਹ ਪਿਘਲੀ ਚੱਲੂਗੀ, ਇੱਧਰ ਇਕੱਠੀ ਹੋਈ ਜਾਣੀ ਪਿਓਰ ਮੈਟਲ, ਬਾਕੀ ਆਇਨਸ ਦੇ ਸੋਲੂਸ਼ਨ 'ਚ ਜਾਈ ਜਾਣਗੇ। ਸੋ ਇਹਨੂੰ ਇਲੈਕਟ੍ਰੋਲਾਈਟਿਕ ਮੈਥਡ ਕਹਿੰਦੇ ਆ। ਤਾਂ ਇਹ ਵੀ ਆਪਾਂ ਯੂਜ਼ ਕਰ ਸਕਦੇ ਹਾਂ ਫॉर द ਪਿਊਰੀਫਿਕੇਸ਼ਨ। ਕਾਪਰ ਦੇ ਲਈ ਬਹੁਤ ਵਧੀਆ ਯੂਜ਼ ਕੀਤਾ ਜਾਂਦਾ ਆ। ਔਰ ਐਨੋਡ ਦੇ ਨੀਚੇ ਇੰਪਿਓਰਿਟੀਜ਼ ਇਕੱਠੀਆਂ ਹੋ ਜਾਣਗੀਆਂ ਤੁਹਾਡੀਆਂ, ਕਿਉਂਕਿ ਇਹ ਪਿਘਲੂਗੀ। ਇਹਨੂੰ ਐਨੋਡ ਮੱਡ ਕਹਿੰਦੇ ਆ। ਇੱਕ ਵਾਰ ਇਹ ਵੀ ਇੱਕ ਨੰਬਰ 'ਚ ਆਇਆ ਸੀ, ਵਟ ਇਜ਼ ਐਨੋਡ ਮੱਡ। ਇੰਪਿਓਰਿਟੀਜ਼ ਹੋਣਗੀਆਂ ਜਿਹੜੀਆਂ ਕਿ ਸੈਪਰੇਟ ਹੋ ਜਾਣਗੀਆਂ ਐਟ ਐਨੋਡ, ਉਹਨੂੰ ਅਸੀਂ ਐਨੋਡ ਮੱਡ ਵੀ ਕਹਿੰਦੇ ਆ। ਇੱਕ ਤੁਹਾਡੇ ਕੋਲ ਮੈਥਡ ਹੈ ਜੀ ਜ਼ੋਨ ਰਿਫਾਈਨਿੰਗ ਦਾ ਵੀ ਆਏਗਾ, ਉਹ ਵੀ ਇੰਪੋਰਟੈਂਟ ਮੈਥਡ ਹੈਗਾ, ਉਹ ਵੀ ਬੜਾ ਵਧੀਆ ਮੈਥਡ ਹੈ ਜ਼ੋਨ ਰਿਫਾਈਨਿੰਗ। ਉਹਦੇ ਵਿੱਚ ਆਪਾਂ ਨੇ ਇੱਕ ਰੋਟੇਟਿੰਗ ਹੀਟਰ ਚਲਾ ਦੇਣਾ, ਇੱਥੇ ਆਪਣੀ ਮੈਟਲ ਲੈ ਲੈਣੀ ਆ। ਰੋਟੇਟਿੰਗ ਹੀਟਰ ਇਸ ਕਰਕੇ ਉਹਦਾ ਪ੍ਰਿੰਸੀਪਲ ਯਾਦ ਕਰਨੇ ਪੈਣਗੇ ਤੁਹਾਨੂੰ ਸਾਰਿਆਂ ਦੇ, ਕਿਹੜੇ ਮੈਥਡ ਨਾਲ ਅਲੱਗ ਹੋਊਗੀ। ਉਹਦੇ ਵਿੱਚ ਇਹ ਹੁੰਦਾ ਕਿ ਜਿਹੜੀਆਂ ਇੰਪਿਓਰਿਟੀਜ਼ ਹੁੰਦੀਆਂ ਨੇ ਨਾ, ਕਈ ਵਾਰੀ ਉਹ ਮੈਲਟ ਸਟੇਟ ਦੇ ਵਿੱਚ ਸੈਪਰੇਟ ਹੋ ਜਾਂਦੀਆਂ ਤੇ ਸੋਲਿਡ ਫਾਰਮ 'ਚ ਨਹੀਂ ਰਹਿਣਾ ਚਾਹੁੰਦੀਆਂ, ਮੈਲਟ ਹੋ ਕੇ ਅਲੱਗ ਹੋ ਜਾਂਦੀਆਂ। ਉਹ ਮੈਲਟਿੰਗ ਵਾਸਤੇ ਆਪਾਂ ਫਿਰ ਰੋਟੇਟਿੰਗ ਹੀਟਰ ਘੁਮਾਈ ਚੱਲਾਂਗੇ। ਜਿਹੜਾ ਮੈਲਟਿੰਗ ਪੋਰਸ਼ਨ ਬਣੀ ਜਾਊਗਾ ਉਹਦੇ ਵਿੱਚ ਇੰਪਿਓਰਿਟੀਜ਼ ਆਪਣੇ ਆਪ ਸੋਲਿਡ ਵੱਲੋਂ ਨਿਕਲ ਕੇ ਮੈਲਟ ਹੋ ਕੇ ਬਾਹਰ ਆਉਣੀਆਂ ਸ਼ੁਰੂ ਹੋ ਜਾਂਦੀਆਂ, ਅਲੱਗ ਹੋ ਜਾਂਦੀਆਂ, ਇੱਕ ਜ਼ੋਨ ਡਿਫਰੈਂਟ ਬਣਨੀ ਸ਼ੁਰੂ ਹੋ ਜਾਂਦੀ ਹੈ। ਤੇ ਜਿਹੜੀ ਆਪਣੇ ਕੋਲ ਪਿਓਰ ਹੋਣਗੀਆਂ ਉਹ ਮੈਲਟ ਸਟੇਟ 'ਚ ਨਹੀਂ ਰਹਿਣਗੀਆਂ, ਉਹ ਜੰਮ ਜਾਣਗੀਆਂ, ਉਹ ਸੋਲਿਡ ਫਾਰਮ 'ਚ ਬਣ ਜਾਣਗੀਆਂ। ਯਾਨੀ ਇੱਕ ਹਿੱਸੇ 'ਚ ਤੁਹਾਡੇ ਕੋਲ ਪਿਓਰ ਮੈਟਲ ਸੋਲਿਡ ਫਾਰਮ 'ਚ ਆ ਜੂਗੀ, ਇੰਪਿਓਰਿਟੀਜ਼ ਤੁਹਾਡੀਆਂ ਮੈਲਟਿੰਗ ਪੋਰਸ਼ਨ 'ਚ ਰਹਿ ਜਾਣਗੀਆਂ, ਕਿਉਂਕਿ ਉਹ ਸੋਲਿਡ ਫਾਰਮ ਨਾਲੋਂ ਜ਼ਿਆਦਾ ਮੈਲਟ ਸਟੇਟ 'ਚ ਰਹਿਣਾ ਪਸੰਦ ਕਰਨਗੀਆਂ। ਉਹ ਸੈਪਰੇਟ ਹੋ ਸਕਦੀਆਂ ਵਿਦ ਜ਼ੋਨ ਰਿਫਾਈਨਿੰਗ। ਵੈਰੀ ਇੰਪੋਰਟੈਂਟ ਮੈਥਡ। ਕਲੀਅਰ ਹੋ ਗਿਆ। ਉਹ ਮੈਲਟਿੰਗ ਵਾਲੇ ਪੋਰਸ਼ਨ 'ਚ ਜਿਹੜੀਆਂ ਪਿਓਰ ਫਾਰਮ ਹੋਊਗੀ, ਮੈਟਲ ਹੋਊਗੀ, ਉਹ ਮੈਲਟਿੰਗ ਸਟੇਟ 'ਚ ਰਹਿ ਨਹੀਂ ਪਾਊਗੀ, ਜਦੋਂ ਠੰਡੀ ਹੋਏਗੀ ਆਪਣੇ ਆਪ ਉਹ ਸੋਲਿਡ ਬਣ ਜਾਏਗੀ। ਸੋ ਇਹ ਮੈਲਟ 'ਚ ਰਹਿ ਜਾਣਗੀਆਂ, ਸੋਲਿਡ 'ਚ ਆਪਾਂ ਇਹਨਾਂ ਨੂੰ ਦੋ ਪੋਰਸ਼ਨ 'ਚ ਸੈਪਰੇਟ ਕਰ ਸਕਦੇ ਹਾਂ। ਫਿਰ ਅਜੇ ਵੇਪਰ ਫੇਜ਼ ਰਿਫਾਈਨਿੰਗ ਵੀ ਹੈਗੀ ਆ, ਹੈ ਨਾ। ਇਹਦੇ 'ਚ ਵੀ ਇੱਕ ਵਾਰੀ ਮੌਂਡ ਪ੍ਰੋਸੈਸ ਪੁੱਛਿਆ ਸੀ, ਨਿਕਲ ਦੇ ਵਾਸਤੇ ਯੂਜ਼ ਕੀਤਾ ਜਾਂਦਾ ਮੌਂਡ ਪ੍ਰੋਸੈਸ। ਨਾ ਪੁੱਛਿਆ ਸੀਗਾ ਕਿ ਕੀ ਮੈਥਡ ਆ, ਇਹ ਕਿਹਦੇ ਲਈ ਐਕਸਟ੍ਰੈਕਸ਼ਨ ਲਈ ਯੂਜ਼ ਕੀਤਾ ਜਾਂਦਾ, ਤਾਂ ਆਨਸਰ ਨਿਕਲ ਸੀਗਾ। ਔਰ ਇੱਕੋ ਹੀ ਸਟੈਪ ਇਹਦਾ ਆਨਸਰ ਸੀਗਾ, ਵੇਪਰ ਫੇਜ਼ ਰਿਫਾਈਨਿੰਗ ਦਾ ਸਟੈਪ ਸੀਗਾ। ਇਹਨੂੰ ਮੌਂਡ ਪ੍ਰੋਸੈਸ ਬੋਲਦੇ ਆ। ਵੇਪਰ ਫੇਜ਼ ਦੇ ਵਿੱਚ ਹੁੰਦਾ ਵੀ ਕਈ ਵਾਰੀ ਆਪਣੀ ਜਿਹੜੀ ਓਟਸ ਹੈਗੀ ਆ ਰਿਫਾਈਨ ਕੀਤੀ ਜਾਂਦੀ ਹੈ, ਜਿਹਨੂੰ ਆਪਾਂ ਉਹਨੂੰ ਪਿਊਰੀਫਾਈ ਕਰ ਰਹੇ ਹਾਂ ਰਾਜੇ। ਇਹਦਾ ਪ੍ਰਿੰਸੀਪਲ ਹੈਗਾ ਕਿ ਜਿਹੜੀਆਂ ਇੰਪਿਓਰਿਟੀਜ਼ ਨੂੰ ਇਫੈਕਟ ਨਹੀਂ ਪੈਣਾ, ਜਿਹੜੀ ਆਪਣੀ ਮੈਟਲ ਹੈਗੀ ਆ ਨਾ ਉਹਦੇ ਵੇਪਰ ਬਣ ਜਾਂਦੇ ਆ, ਕਈ ਵਾਰੀ ਉਹ ਜਲਦੀ ਵੇਪਰ ਫਾਰਮ 'ਚ ਕਨਵਰਟ ਹੋ ਜਾਂਦੀ ਹੈ। ਉਹਨਾਂ ਵੇਪਰਸ ਨੂੰ ਫਿਰ ਅਸੀਂ ਅਲੱਗ ਕਰਨਾ ਹੁੰਦਾ, ਉਸ ਪ੍ਰੋਸੈਸ ਨੂੰ ਅਸੀਂ ਵੇਪਰ ਫੇਜ਼ ਰਿਫਾਈਨਿੰਗ ਵੀ ਬੋਲਦੇ ਹਾਂ। ਤਾਂ ਉਹ ਵੇਪਰ ਅਲੱਗ ਹੋ ਜਾਣਗੇ, ਇੰਪਿਓਰਿਟੀਜ਼ ਨੀਚੇ ਰਹਿ ਜਾਣਗੀਆਂ, ਇੰਪਿਓਰਿਟੀਜ਼ ਨੂੰ ਕੋਈ ਇਫੈਕਟ ਨਹੀਂ ਪਏਗਾ। ਸੋ ਇਹ ਵੀ ਇਹਦੇ ਨਾਲ ਵੀ ਆਪਾਂ ਸੈਪਰੇਟ ਕਰ ਸਕਦੇ ਹਾਂ। ਇੱਕ ਆਪਣੇ ਕੋਲ ਵੈਨ ਆਰਕਲ ਮੈਥਡ ਆ, ਉਹ ਵੀ ਇਹਦੇ ਨਾਲ ਸੇਮ ਚੱਲਦਾ ਆ, ਬਿਲਕੁਲ ਸੇਮ ਹੈਗਾ ਰਿਫਾਈਨਿੰਗ ਦੀ ਤਰ੍ਹਾਂ। ਵੈਨ ਆਰਕਲ ਨਾਮ ਜਿਹੜਾ ਚੇਂਜ ਹੋ ਗਿਆ, ਮੈਥਡ ਸੇਮ ਹੈਗਾ ਕਿ ਵੇਪਰਸ ਬਣ ਕੇ ਆਪਣੇ ਕੋਲ ਜਿਹੜੀ ਆ ਅਲੱਗ ਕੰਪਾਊਂਡ ਤਿਆਰ ਹੋ ਜਾਂਦਾ, ਉਹਨੂੰ ਅਸੀਂ ਸੈਪਰੇਟ ਕਰ ਸਕਦੇ ਹਾਂ। ਉਹ ਪਿਓਰ ਮੈਟਲ ਦਾ ਬਣਦਾ, ਉਹ ਵੇਪਰਾਈਜ਼ ਹੋ ਜਾਂਦੀ ਆ, ਵੋਲੇਟਾਈਲ ਹੁੰਦੀ ਆ ਉਹ। ਪਰ ਜਿਹੜੀਆਂ ਇੰਪਿਓਰਿਟੀਜ਼ ਵੋਲੇਟਾਈਲ ਨਹੀਂ ਹੁੰਦੀਆਂ, ਉਦੋਂ ਇਹ ਵਰਤਣਾ ਆ, ਇੰਪਿਓਰਿਟੀਜ਼ ਨੀਚੇ ਰਹਿ ਜਾਣਗੀਆਂ। ਤਾਂ ਉਹ ਵੇਪਰ ਫੇਸ ਦੇ ਜਿਹੜੇ ਆਪਣੇ ਕੋਲ ਇਕੱਠਾ ਹੋਏਗਾ ਉਹਨੂੰ ਆਪਾਂ ਠੰਡਾ ਕਰਾਂਗੇ ਤਾਂ ਉਹ ਆਪਣੇ ਕੋਲ ਮੈਟਲ ਦੀ ਫਾਰਮ 'ਚ ਮਿਲੇਗਾ। ਉਸ ਤੋਂ ਬਾਅਦ ਤੁਸੀਂ ਕ੍ਰੋਮੈਟੋਗ੍ਰਾਫੀ ਮੈਥਡ ਵੀ ਯੂਜ਼ ਕਰ ਸਕਦੇ ਆ। ਇਹ ਆਪਾਂ ਹੁਣ ਜਿਹੜਾ ਸਰਫੇਸ ਕੈਮਿਸਟਰੀ ਦਾ ਚੈਪਟਰ ਯੂਜ਼ ਕੀਤਾ ਸਟਾਰਟ ਕੀਤਾ ਰਾਜੇ, ਐਡਜ਼ੋਰਪਸ਼ਨ। ਇਹ ਉਹਦਾ ਕ੍ਰੋਮੈਟੋਗ੍ਰਾਫੀ ਦਾ ਬੇਸ ਹੈਗਾ ਐਡਜ਼ੋਰਪਸ਼ਨ। ਮਤਲਬ ਆਪਾਂ ਨੇ ਇਹਦੇ ਵਿੱਚ ਨਾ ਦੋ ਚੀਜ਼ਾਂ ਲੈਣੀਆਂ ਪੈਂਦੀਆਂ ਆਪਾਂ ਨੂੰ। ਇੱਕ ਆਪਣੇ ਕੋਲ ਐਡਜ਼ੋਰਬੈਂਟ ਹੋਏਗਾ, ਠੀਕ ਹੈ ਰਾਜੇ।
ਇੱਕ ਆਪਣੇ ਕੋਲ ਐਡਜ਼ੋਰਬੇਟ ਹੋਏਗਾ, ਮਤਲਬ ਐਡਜ਼ੋਰਬੈਂਟ ਦੇ ਸਰਫੇਸ ਦੇ ਉੱਤੇ ਐਡਜ਼ੋਰਬੇਟ ਨੇ ਜਮ੍ਹਾਂ ਹੋਣਾ ਹੁੰਦਾ, ਤੇ ਤੁਹਾਡਾ ਜਿਹੜਾ ਮਟੀਰੀਅਲ ਹੈ ਕਰਿਊਡ ਮੈਟਲ ਦਾ, ਉਹਦੇ ਵਿੱਚ ਇੰਪਿਊਰਿਟੀਜ਼ ਵੀ ਹੈਗੀਆਂ, ਪਿਓਰ ਮੈਟਲ ਵੀ ਹੈਗੀ ਆ, ਉਹ ਹੋ ਸਕਦਾ ਉਹ ਡਿਫਰੈਂਟ ਲੈਵਲ 'ਤੇ ਐਡਜ਼ੋਰਪਸ਼ਨ ਸ਼ੋ ਕਰਨ। ਮੰਨ ਲਓ ਮੈंने ਇੱਕ ਇੱਥੇ ਆ ਪੀਸ ਰੱਖ ਦਿੱਤਾ ਨਾ ਗੱਤੇ ਦਾ, ਇਹ ਮੇਰਾ ਐਡਜ਼ੋਰਬੈਂਟ ਆ, ਠੀਕ ਹੈ, ਇਹਦੇ 'ਚ ਪੋਰਸ ਲੱਗੀਆਂ ਹੋਈਆਂ, ਤੇ ਜਦੋਂ ਮੈਂ ਇਹਦੇ ਉੱਤੇ ਕਰਿਊਡ ਮੈਟਲ ਪਾਉਂਗੀ ਹੈ ਨਾ, ਤਾਂ ਹੋ ਸਕਦਾ ਜਦੋਂ ਪਾ ਦੂੰਗੀ ਸਾਰੀ, ਤਾਂ ਹੋ ਸਕਦਾ ਕੋਈ ਕੰਪੋਨੈਂਟ ਇੱਥੇ ਤੱਕ ਐਡਜ਼ੋਰਬ ਹੋਵੇ, ਕੋਈ ਕੰਪੋਨੈਂਟ ਇੱਥੇ ਤੱਕ ਐਡਜ਼ੋਰਬ ਹੋਵੇ, ਕੋਈ ਇੱਥੇ ਤੱਕ ਹੋ ਜਾਵੇ, ਕੋਈ ਇੱਥੇ ਤੱਕ ਐਡਜ਼ੋਰਪਸ਼ਨ ਸ਼ੋ ਕਰ ਜਾਵੇ। ਤਾਂ ਜਿੱਦਾਂ ਜਿੱਦਾਂ ਕੰਪੋਨੈਂਟ ਐਡਜ਼ੋਰਬ ਹੋਣਗੇ ਸਾਡੇ ਕੋਲ ਪੁਆਇੰਟ ਦਿਖਣੇ ਸ਼ੁਰੂ ਹੋ ਜਾਂਦੇ ਆ। ਇਸ ਪ੍ਰੋਸੈਸ ਨੂੰ ਕ੍ਰੋਮੈਟੋਗ੍ਰਾਫੀ ਕਹਿੰਦੇ ਆ। ਉਹਦੇ ਨਾਲ ਫਿਰ ਆਪਾਂ ਉਹ ਕੰਪੋਨੈਂਟ ਉੱਥੇ ਜਾ ਕੇ ਸੈਪਰੇਟ ਕਰ ਸਕਦੇ ਹਾਂ। ਸੋ ਮਤਲਬ ਹਰ ਚੀਜ਼ ਦੀ ਐਡਜ਼ੋਰਪਸ਼ਨ ਦੀ ਪਾਵਰ ਡਿਫਰੈਂਟ ਹੁੰਦੀ ਹੈ। ਕੋਈ ਜਲਦੀ ਐਡਜ਼ੋਰਬ ਹੋ ਜਾਊਗਾ, ਕੁਛ ਨੂੰ ਐਡਜ਼ੋਰਪਸ਼ਨ ਨੂੰ ਟਾਈਮ ਲੱਗੂਗਾ, ਉਹਦੇ ਬੇਸ 'ਤੇ ਆਪਾਂ ਉਹਨੂੰ ਸੈਪਰੇਟ ਕਰ ਸਕਦੇ ਹਾਂ on the basis of adsorption. Very important method that is called chromatography. ਉਸ ਤੋਂ ਬਾਅਦ ਰਾਜੇ ਮੇਰੇ ਹਿਸਾਬ ਨਾਲ ਫਲੋ ਚਾਰਟ ਖਤਮ ਹੋ ਆਪਾਂ ਆ ਜਾਊਗਾ, ਹੁਣ ਖਤਮ ਹੋ ਗਿਆ। ਸੋ ਪਹਿਲਾਂ ਆਪਾਂ ਆਪਣੀ ਓਰ ਨੂੰ ਪਾਊਡਰ ਫਾਰਮ 'ਚ ਲਿਆ, ਫਿਰ ਕਨਸਨਟਰੇਟ ਕੀਤਾ, ਫਿਰ ਕਰਿਊਡ ਮੈਟਲ ਬਣਾਈ, ਉਹ ਤੋਂ ਬਾਅਦ ਅਸੀਂ ਰਿਫਾਈਨਿੰਗ ਕਰ ਦਿੱਤੀ ਤੇ ਸਾਡੀ ਮੈਟਲ ਸੈਪਰੇਟ ਹੋ ਗਈ। ਇਹਦੇ ਲਈ ਆਪਾਂ ਡਿਟੇਲਡ ਕੁਐਸਚਨਸ ਜਿਹੜੇ ਆ ਉਹ ਨਹੀਂ ਤਿਆਰ ਕਰਨੇ, ਪੂਰਾ ਮੈਥਡ ਤਿਆਰ ਨਹੀਂ ਕਰਨਾ ਹੈਗਾ। ਛੋਟੇ ਛੋਟੇ ਜਿਸ ਤਰ੍ਹਾਂ ਮੈਂ ਤੁਹਾਨੂੰ ਸਮਝਾਇਆ ਆ ਇਸ ਤਰ੍ਹਾਂ ਦੇ ਨੋਟਸ ਪ੍ਰਿਪੇਅਰ ਕਰਨੇ ਆ। ਮੈਂ ਕੁਐਸਚਨ ਭੇਜ ਵੀ ਦਊਂਗੀ, ਟਾਈਮ ਲੱਗਾ ਤਾਂ ਮੈਂ ਉਹ ਅੰਡਰਲਾਈਨ ਵੀ ਕਰ ਦੂੰਗੀ ਕਿ ਇੱਥੋਂ ਕੁਐਸਚਨ ਨਿਕਾਲ ਲਓ। ਰੀਜ਼ਨ ਇਹ ਹੈ ਕਿ ਹੁਣ +2 ਦੇ ਜਿਹੜੇ ਪ੍ਰੈਕਟੀਕਲ ਆ ਫਾਈਨਲ ਲੈਣੇ ਪੈਣੇ ਆ, ਉਹ ਆ ਗਿਆ ਆ, ਔਰ ਕਿ ਉਹਨਾਂ ਦੇ ਪ੍ਰੈਕਟੀਕਲਸ ਹੋਣ ਜਾ ਰਹੇ ਆ, ਔਰ ਸਾਨੂੰ ਡੇਟਸ ਜਿਹੜੀਆਂ ਦੇ ਦਿੱਤੀਆਂ ਗਈਆਂ। ਕੱਲ੍ਹ ਉਹਨਾਂ ਦਾ ਪ੍ਰੈਕਟੀਕਲ ਵੀ ਹੈ, ਤਾਂ ਹੋ ਸਕਦਾ ਆ ਕਿ ਉਹਨਾਂ ਦੇ ਪ੍ਰੈਕਟੀਕਲ ਕਰਕੇ ਮੈਨੂੰ ਟਾਈਮ ਨਾ ਲੱਗੇ, ਇਸ ਲਈ ਮੈਂ ਅੱਜ ਹੀ ਤੁਹਾਨੂੰ ਵੀਡੀਓ ਵੀ ਸੈਂਡ ਕਰ ਦਿੱਤੀ ਹੈ, ਔਰ ਅੱਜ ਹੀ ਤੁਹਾਨੂੰ ਕੁਐਸਚਨਸ ਵੀ ਭੇਜ ਦੇਣੇ, ਕੱਲ੍ਹ ਵੀ ਥੋੜ੍ਹੇ ਭੇਜ ਦੂੰਗੀ। ਤਾਂ 2 ਦਿਨਾਂ ਦੇ ਵਿੱਚ ਤੁਸੀਂ ਇਹ ਚੈਪਟਰ ਨੂੰ ਕੰਪਲੀਟ ਕਰ ਲਿਓ। ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਸਰਫੇਸ ਕੈਮਿਸਟਰੀ ਕੰਟੀਨਿਊ ਕਰਾਂਗੇ, ਔਰ ਟੈਸਟ ਜਿਹੜੇ ਆ ਰਾਜੇ ਉਹ ਤੇਜ਼ ਕਰ ਦਿਓ, ਕਿਉਂਕਿ 5 ਜੁਲਾਈ ਡੇਟ ਆਈ ਹੈ ਤੁਹਾਡੇ ਐਗਜ਼ਾਮਸ ਦੀ, ਠੀਕ ਹੈ। ਮੈਂ ਗਰੁੱਪ 'ਚ ਮੈਸੇਜ ਵੀ ਪਾ ਦੂੰਗੀ, ਔਰ ਉਦੋਂ ਤੁਸੀਂ ਵੀਡੀਓਜ਼ ਇੱਕ ਵਾਰ ਰਿਪੀਟ ਕਰ ਲਓ ਆਪਣੀਆਂ ਸਾਰੀਆਂ। ਇਹ ਵਾਲਾ ਸਰਫੇਸ ਕੈਮਿਸਟਰੀ ਚੈਪਟਰ ਨਹੀਂ ਆਏਗਾ, ਇੱਥੇ ਤੱਕ ਤੁਹਾਡਾ ਸਿਲੇਬਸ ਹੈਗਾ, ਤੁਸੀਂ ਪਹਿਲੇ ਇੱਥੇ ਤੱਕ ਤਿਆਰ ਕਰ ਲਓ। ਹੁਣ ਰਾਜੇ ਮੈਂ ਕੁਐਸਚਨਸ ਰਹਿ ਗਏ ਜਿਹੜੇ ਮੈਂ ਤੁਹਾਨੂੰ ਟਿਕ ਕੀਤੇ ਹੋਏ ਆ, ਮੈਂ ਤੁਹਾਨੂੰ ਟਿਕ ਕੀਤੇ ਹੋਏ ਐਜ਼ ਇਟ ਇਜ਼ ਸੈਂਡ ਕਰ ਦੇਣੇ ਆ, ਔਰ ਤੁਸੀਂ ਉਹ ਕੁਐਸਚਨਸ ਜਿਹੜੇ ਨੋਟ ਕਰ ਲਿਓ। ਜੋ ਮੈਂ ਪੜ੍ਹਾਇਆ ਉਹਦੇ ਨਾਲ ਰਿਲੇਟਿਡ ਕੁਐਸਚਨਸ ਹੀ ਹੈਗੇ ਆ, ਡੈਫੀਨੇਸ਼ਨਸ ਹੈਗੀਆਂ, ਉਹ ਆਪਾਂ ਡਿਸਕਸ ਕਰਕੇ ਤੁਹਾਨੂੰ ਡਿਸਕਸ ਮੈਂ ਕਰ ਦਿੱਤਾ ਸਾਰਾ ਚੈਪਟਰ। ਇਸ ਤੋਂ ਇਲਾਵਾ ਇਹ 'ਚ ਕੁਛ ਨਹੀਂ ਹੈ। ਲਾਸਟ ਦੇ ਵਿੱਚ ਜਾ ਕੇ ਨਾ ਦੋ ਦੀ ਐਕਸਟ੍ਰੈਕਸ਼ਨ ਹੈਗੀ ਆ, ਵੈਰੀ ਇੰਪੋਰਟੈਂਟ ਆ, ਉਹਨੂੰ ਜ਼ਰੂਰ ਰੀਡਿੰਗ ਕਰਨਾ ਤੁਸੀਂ। ਇੱਕ ਐਲੂਮੀਨੀਅਮ ਦੀ ਹੈ, ਇੱਕ ਆਇਰਨ ਦੀ ਹੈ ਰਾਜੇ, Fe ਦੀ। ਸੋ ਆਇਰਨ ਤੇ ਐਲੂਮੀਨੀਅਮ ਦੀ ਐਕਸਟ੍ਰੈਕਸ਼ਨ ਪੜ੍ਹਨੀ ਜ਼ਰੂਰੀ ਹੈ। ਇਹਦੇ ਵਿੱਚੋਂ ਆਇਰਨ ਦੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਭੱਠੀ ਦੇ ਵਿੱਚ ਬਲਾਸਟ ਫਰਨੈਸ ਦੇ ਵਿੱਚ ਆਪਾਂ ਡਿਫਰੈਂਟ ਟੈਂਪਰੇਚਰ ਦੇ ਕੇ ਇਹਨੂੰ ਬਹੁਤ ਔਖੀ ਇਹਦੀ ਐਕਸਟ੍ਰੈਕਸ਼ਨ ਹੁੰਦੀ ਹੈ, ਔਰ ਹਾਈ ਟੈਂਪਰੇਚਰ 'ਤੇ ਕਰਨੀ ਪੈਂਦੀ ਹੈ, ਔਰ ਡਿਫਰੈਂਟ ਟੈਂਪਰੇਚਰ 'ਤੇ ਡਿਫਰੈਂਟ ਜ਼ੋਨਸ ਬਣਦੀਆਂ, ਅਲੱਗ-ਅਲੱਗ ਜ਼ੋਨ ਦੇ ਵਿੱਚ ਸੈਪਰੇਟ ਹੁੰਦਾ ਆ, ਔਰ ਕਿਹੜੀ ਜ਼ੋਨ 'ਚ ਕਿੰਨਾ ਟੈਂਪਰੇਚਰ ਚਾਹੀਦਾ ਮੈਂ ਅੰਡਰਲਾਈਨ ਕਰੂੰਗੀ, ਤੁਸੀਂ ਸਿਰਫ ਉਹ ਪੁਆਇੰਟਸ ਨੋਟ ਕਰੋਗੇ। ਪੂਰੀ ਐਕਸਟ੍ਰੈਕਸ਼ਨ ਭਾਵੇਂ ਨਾ ਯਾਦ ਕਰੋ, ਲੇਕਿਨ ਜਿਹਦਾ ਫਰਨੈਸ ਦਾ ਹੀਟਿੰਗ ਵਾਲਾ ਪੋਰਸ਼ਨ ਹੈ ਨਾ, ਉਹਦੇ ਵਿੱਚੋਂ ਕੋਈ ਵੀ ਕੁਐਸਚਨ ਪੁੱਛਿਆ ਜਾ ਸਕਦਾ। ਐਸੇ ਤਰ੍ਹਾਂ ਐਲੂਮੀਨੀਅਮ ਦੀ ਐਕਸਟ੍ਰੈਕਸ਼ਨ ਵਾਸਤੇ ਤੁਸੀਂ ਇਲੈਕਟ੍ਰੋਲਾਈਟਿਕ ਮੈਥਡ ਜਿਹੜਾ ਉਹ ਅਪਲਾਈ ਕਰਕੇ ਇਹਦੀ ਈਜ਼ੀਲੀ ਐਕਸਟ੍ਰੈਕਸ਼ਨ ਹੋ ਜਾਂਦੀ ਹੈ। ਇਹਨੂੰ ਸਿਰਫ ਰੀਡਿੰਗ ਕਰ ਲਿਓ, ਰੀਡਿੰਗ ਦੇ ਵਿੱਚੋਂ ਹੀ ਤੁਹਾਨੂੰ ਕੁਐਸਚਨਸ ਮਿਲ ਜਾਣਗੇ। ਜੋ ਮੈਂ ਪੜ੍ਹਾਇਆ ਨਾ ਆਪਾਂ ਸਾਰੇ ਮੈਥਡ ਕੀਤੇ, ਉਹ 2 ਤੇ ਆਪਾਂ ਅਪਲਾਈ ਕਰਕੇ ਦੇਖਾਂਗੇ ਕਿ ਐਲੂਮੀਨੀਅਮ ਵਾਸਤੇ ਕਿਹੜੇ ਸਟੈਪ ਫੋਲੋ ਕਰਨੇ ਪੈਣਗੇ, ਔਰ ਆਇਰਨ ਦੀ ਐਕਸਟ੍ਰੈਕਸ਼ਨ ਵਾਸਤੇ ਆਪਾਂ ਨੂੰ ਕਿਹੜੇ ਸਟੈਪ ਫੋਲੋ ਕਰਨੇ ਪੈਣਗੇ। ਸੋ ਇਹ 2 ਜਿਹੜੀਆਂ ਤੁਹਾਡੀ ਰੀਡਿੰਗ ਲਈ ਮੈਂ ਛੋੜ ਰਹੀ ਹਾਂ, ਇਹ ਤੁਸੀਂ ਜਿਹੜੀਆਂ ਹੈਗੀਆਂ ਨਾ 2 ਰੀਡ ਕਰ ਲਈਓ, ਔਰ ਇਹਦੇ ਵਿੱਚੋਂ ਕੁਐਸਚਨ ਜਿਹੜੇ ਮੈਂ ਸਿਲੈਕਟ ਕਰ ਦੂੰਗੀ। ਸਮੈਲਟਿੰਗ ਜਿਹੜੀ ਹੈ ਡੈਫੀਨੇਸ਼ਨਸ ਤੁਹਾਨੂੰ ਹੋਰ ਵੀ ਮਿਲਣਗੀਆਂ, ਉਹ ਵੀ ਮੈਂ ਤੁਹਾਨੂੰ ਜਿਹੜੀਆਂ ਨੋਟ ਕਰ ਦੂੰਗੀ। ਓਕੇ ਰਾਜੇ, ਆਲ ਦੀ ਬੈਸਟ। ਹੁਣ ਮੈਂ ਤੁਹਾਡੇ ਵਾਸਤੇ ਇਹ ਚੈਪਟਰ ਜਿਹੜਾ ਅੱਗੇ ਮੈਂ ਬੱਚਿਆਂ ਨੂੰ ਖੁਦ ਕਰਨ ਲਈ ਦਿੰਦੀ ਹਾਂ, ਪਰ ਇਸ ਵਾਰੀ ਆਪਾਂ ਆਪ ਡਿਸਕਸ ਕਰ ਲਿਆ ਤਾਂ ਬਹੁਤ ਅੱਛਾ ਲੱਗਾ, ਔਰ ਤੁਸੀਂ ਇਹਨੂੰ ਜ਼ਰੂਰ ਵੀਡੀਓ ਨੂੰ ਦੇਖ ਕੇ ਮੈਨੂੰ ਰਿਸਪੌਂਸ ਕਰ ਦਿਆ ਕਰੋ। ਹਲੇ ਵੀ ਪੂਰੀ ਕਲਾਸ ਰਿਸਪੌਂਸ ਨਹੀਂ ਦੇ ਰਹੀ, ਪਤਾ ਨਹੀਂ ਵੀਡੀਓਜ਼ ਦੇਖਣ ਦਾ ਟਾਈਮ ਨਹੀਂ ਲੱਗ ਰਿਹਾ ਜਾਂ ਕਿਆ ਆ। ਅਗਰ ਆਪਾਂ ਇਹਦੇ ਵਿੱਚ